ਅਸੀਂ ਇਹ ਮੰਨਦੇ ਹਾਂ ਕਿ ਸਾਡੇ ਗੁਰੂ ਘਰ ਸੱਚਮੁੱਚ ਆਜ਼ਾਦ ਨੇ ਤੇ ਹੁਣ ਦੀ ਸਥਿਤੀ ਕਿਹੋ ਜਿਹੀ ਹੈ? फिर एक श्रोमणी गुरुद्वारा प्रबंधक कमेटी सी जिहड़ी ਉਹ ਸਿਆਸੀ ਹਿੱਤਾਂ ਦੇ ਲਈ ਵਰਤੀ ਜਾਣ ਲੱਗ। ਅਤੇ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਕਿਹਾ ਕਿ ਸਿਆਸਤ ਤੇ ਧਰਮ ਦਾ ਕੁੰਡਾ ਹੋ ਸਕਦਾ ਹੈ ਜਾਂ ਹੋਣਾ ਚਾਹੀਦਾ ਹੈ, ਪਰ ਹੁਣ ਕੀ ਸਾਡੇ ਉਲਟ ਵਾਪਰ ਰਿਹਾ ਹੈ? ਗੁਰਬਾਣੀ ਦੇ ਵਿੱਚ ਲਿਖਿਆ ਨਾ ਜੀ, ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਵਣ ਬੈਠੇ ਸੁੱਤੇ। ਗੁਰਬਾਣੀ ਦੇ ਵਿੱਚ ਇਹ ਗੱਲਾਂ ਨੇ ਨਾ ਜੀ, ਮਾਇਆ ਧਾਰੀ ਅੰਨਾ ਬੋਲਾ, ਪਾਪਾਂ ਵੱਜ ਹੋਵੇ ਨਾ ਹੀ ਮੋਇਆ ਸਾਥ ਨਾ ਜਾਏ, ਸਰਬੱਤ ਦੇ ਭਲੇ ਦੇ ਵਿੱਚ ਆਪਦਾ ਭਲਾ ਦੇਖਣਾ। ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਉਹ ਸਾਰਾ ਕੁਝ ਫੋਲੋ ਹੋ ਰਿਹਾ ਹੈ? ਜਿਵੇਂ ਪਿੰਡਾਂ ਵਿੱਚ ਅੱਡ-ਅੱਡ ਫਿਰਕਿਆਂ ਦੇ ਗੁਰਦੁਆਰੇ ਨੇ। ਅਕਾਲ ਤਖਤ ਸਾਹਿਬ ਵੱਲੋਂ ਜਥੇਦਾਰਾਂ ਵੱਲੋਂ ਵਿਚਾਰਨੀਆਂ ਚਾਹੀਦੀਆਂ ਨੇ, ਸਿੱਖ ਪੰਥ ਨੂੰ ਪ੍ਰੇਰਨਾ ਚਾਹੀਦਾ। ਸਤਿ ਸ਼੍ਰੀ ਅਕਾਲ ਜੀ, ਟੀਵੀ ਪੰਜਾਬ ਲਈ ਮੈਂ ਦਵਿੰਦਰ ਕੌਰ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਬਹੁਤ ਜ਼ਫਰ ਜਾਲ ਕੇ ਬਣਾਈ ਗਈ ਸੀ ਤੇ ਜਿਸ ਨੇ ਬਹੁਤ ਵਡੇਰੇ ਕਾਰਜ ਕੀਤੇ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਮਰਾਂ ਦਾ ਇੱਕ ਸੈਂਕੜਾ ਪਾਰ ਕਰਨ ਲੱਗੀ ਹੈ ਅਤੇ ਇਸ ਵੇਲੇ ਹਾਲਾਤ ਕਿਹੋ ਜਿਹੇ ਹਨ, ਸ਼੍ਰੋਮਣੀ ਕਮੇਟੀ ਦੇ ਕਿਹੋ ਜਿਹੇ ਕਾਰਜ ਹਨ ਤੇ ਹੁਣ ਕਿਹੜੇ ਮੁਕਾਮ ਤੇ ਪਹੁੰਚ ਚੁੱਕੀ ਹੈ ਸ਼੍ਰੋਮਣੀ ਕਮੇਟੀ ਅਤੇ ਸਿੱਖ ਅਸਥਾਨ, ਧਾਰਮਿਕ ਅਸਥਾਨ, ਵਿਦਿਅਕ ਅਸਥਾਨ। ਆਪਾਂ ਗੱਲਬਾਤ ਕਰਦੇ ਹਾਂ ਐਕਟਿਵਿਸਟ ਮਾਲਵਿੰਦਰ ਸਿੰਘ ਮਾਲੀ ਹੋਰਾਂ ਨਾਲ। ਮਾਲਵਿੰਦਰ ਸਿੰਘ ਮਾਲੀ ਜੀ, ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮਾਲਵਿੰਦਰ ਸਿੰਘ ਮਾਲੀ ਜੀ, ਜਿਸ ਤਰ੍ਹਾਂ ਕਿ ਮੈਂ ਜ਼ਿਕਰ ਕਰ ਚੁੱਕੀ ਹਾਂ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 100 ਸਾਲ ਪੂਰੇ ਹੋ ਰਹੇ ਨੇ ਤੇ ਇਸ ਨੇ ਬਹੁਤ ਵਡੇਰੇ ਕਾਰਜ ਕੀਤੇ ਸਨ, ਗੁਰਦੁਆਰਿਆਂ ਦਾ ਪ੍ਰਬੰਧ ਮਹੰਤਾਂ ਤੋਂ ਛੁਡਵਾਇਆ ਸੀ। ਤੇ ਹੁਣ ਤੁਸੀਂ ਕੀ ਸੋਚਦੇ ਹੋ ਕਿ ਅਸੀਂ ਕਿਹੜੇ ਮੁਕਾਮ ਤੇ ਪਹੁੰਚ ਗਏ ਹਾਂ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਹੜੇ ਮੁਕਾਮ ਤੇ ਪਹੁੰਚੀ ਹੋਈ ਹੈ? ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ ਇੱਕ ਬਹੁਤ ਵੱਡੇ ਅੰਦੋਲਨ ਚੋਂ ਪੈਦਾ ਹੋਈ ਜੀ। ਉਹ ਅੰਦੋਲਨ ਜਿਹੜਾ ਸਿੱਖਾਂ ਦੀਆਂ ਕਦਰਾਂ ਕੀਮਤਾਂ, ਸਿੱਖ ਸਿਧਾਂਤਾਂ ਨੂੰ ਬੁਲੰਦ ਕਰਨ ਲਈ ਪੰਜਾਬ ਦੀ ਸਰਜ਼ਮੀਨ ਤੇ ਉੱਠਿਆ ਸੀ। ਜੀ ਜੀ ਬਿਲਕੁਲ। ਕਿਉਂਕਿ ਜਦੋਂ ਸਿੱਖਾਂ ਦੇ ਵਿੱਚ ਕੋਈ ਇਹ ਸਵਾਲ ਉੱਠਦਾ ਕਿ ਅਸੀਂ ਆਪਣੇ ਭਵਿੱਖ ਬਾਰੇ ਸੋਚਣਾ, ਅਸੀਂ ਪ੍ਰੈਜੈਂਟ ਬਾਰੇ ਸੋਚਣਾ, ਤਾਂ ਉਹਨਾਂ ਦੀ ਹਮੇਸ਼ਾ ਸੁਧਾ ਜਿਹੜੀ ਉਹ ਗੁਰੂ ਗ੍ਰੰਥ ਸਾਹਿਬ ਤੇ ਜਾਂਦੀ ਆ, ਗੁਰੂ ਗ੍ਰੰਥ ਸਾਹਿਬ ਦੇ ਸੰਦੇਸ਼ ਤੇ ਜਾਂਦੀ ਆ ਵੀ ਉਹਦੇ ਅਨੁਸਾਰ ਅਸੀਂ ਆਪਾਂ ਕਿਵੇਂ ਸਵਾਰਨਾ ਤੇ ਆਲਾ ਦੁਆਲਾ ਕਿਵੇਂ ਸਵਾਰਨਾ। ਉਸ ਮੌਕੇ ਦੀ ਜੇ ਤੁਸੀਂ ਹਾਲਤ ਦੇਖੋ, ਉਦੋਂ ਜਿਹੜੇ ਸਿੱਖਾਂ ਦੇ ਗੁਰਦੁਆਰੇ ਸੀ ਉਹ ਮਹੰਤਾਂ ਦੇ ਕਬਜ਼ੇ 'ਚ ਸੀ। ਉਹਨਾਂ ਮਹੰਤਾਂ ਨੂੰ ਪੂਰੀ ਤਰ੍ਹਾਂ ਸਰਕਾਰ ਦੀ ਸ਼ਹਿ ਸੀ। ਈਵਨ ਅਕਾਲ ਤਖਤ ਦਾ ਸਰਬਰਾਹ ਸੀ ਜਿਹੜਾ, ਉਹ ਵੀ ਅੰਗਰੇਜ਼ਾਂ ਵੱਲੋਂ ਨਿਯੁਕਤ ਕੀਤਾ ਜਾਂਦਾ ਹੁੰਦਾ ਸੀ। ਚੇਤਨਾ ਸਿੱਖਾਂ ਦੇ ਵਿੱਚ ਦੋ ਪੱਧਰੀ ਆਈ। ਇੱਕ ਤਾਂ ਇਹ ਆਈ ਗੁਲਾਮੀ ਦੇ ਖਿਲਾਫ ਵੀ ਅਸੀਂ ਗੁਲਾਮ ਆ, ਅਸੀਂ ਅੰਗਰੇਜ਼ਾਂ ਦੀ ਗੁਲਾਮੀ ਤੋਂ ਮੁਕਤ ਹੋਣਾ। ਦੂਜਾ ਇਹ ਹੈ ਵੀ ਜੇ ਸਾਡੇ ਗੁਰਧਾਮ ਆ ਜਿਹੜੇ ਉਹੀ ਆਜ਼ਾਦ ਨਹੀਂ, ਉਹਨਾਂ ਦਾ ਪ੍ਰਬੰਧ ਜਾਂ ਉਹਨਾਂ ਦਾ ਜਿਹੜਾ ਸਾਰਾ ਸਿਸਟਮ ਆ, ਜੇ ਅਸੀਂ ਉਹਨੂੰ ਸਿੱਖੀ ਸਿਧਾਂਤਾਂ ਅਨੁਸਾਰ ਨਹੀਂ ਕਰ ਸਕਦੇ ਤਾਂ ਅਸੀਂ ਜਿਹੜੀ ਦੁਨਿਆਵੀ ਲੜਾਈ ਆ, ਸਿਆਸੀ ਲੜਾਈ ਆ, ਉਹਨੂੰ ਸਫਲਤਾ ਨਾਲ ਕਿਵੇਂ ਲੜ ਸਕਾਂਗੇ। ਇਹ ਜਦੋਂ ਚੇਤਨਾ ਆਈ ਨਾ ਜੀ, ਉਸ ਮੌਕੇ ਫਿਰ ਦਰਬਾਰ ਸਾਹਿਬ ਦਾ ਜਿਹੜਾ ਪ੍ਰਬੰਧ ਸੀ ਉੱਥੇ ਉਸ ਸਮੇਂ ਤੁਸੀਂ ਇਹ ਵੇਖ ਲਓ ਵੀ ਮੂਰਤੀਆਂ ਸਥਾਪਿਤ ਹੋ ਗਈਆਂ ਸੀ, ਮੂਰਤੀ ਪੂਜਾ ਹੋਣ ਲੱਗ ਗਈ ਸੀ। ਦਲਤਾਂ ਦੀ ਦੇਗ ਸੀ ਜਿਹੜੀ, ਦੇਖੋ ਗੁਰਬਾਣੀ ਤਾਂ ਕੀ ਕਹਿੰਦੀ ਆ, ਨੀਚਾ ਅੰਦਰ ਨੀਚ ਜਾਤ, ਨੀਚੀ ਹੋਅਤ ਨੀਚ, ਨਾਨਕ ਤਿਨਕੇ ਸੰਗ ਸਾਥ, ਵੱਡਿਆਂ ਸੂ ਕਿਆ ਰੀਸ। ਗੁਰੂ ਗੋਬਿੰਦ ਸਿੰਘ ਸਾਹਿਬ ਕੀ ਕਹਿੰਦੇ ਨੇ, ਇਹਨ ਗਰੀਬ ਸਿੱਖਣ ਕੋ ਮੈਂ ਦੇਊਂ ਪਾਤਸ਼ਾਹੀ। ਮਤਲਬ ਪ੍ਰੈਕਟੀਕਲੀ ਜਿਹੜੇ ਗੁਰਦੁਆਰਿਆਂ ਦੇ ਪ੍ਰਬੰਧ ਨੇ ਉਹ ਉਦੋਂ ਬਿਲਕੁਲ ਉਲਟ ਚੱਲ ਰਹੇ ਸੀ। ਸੋ ਉਸ ਸਮੇਂ ਇਹਨਾਂ ਗੁਰਦੁਆਰਿਆਂ ਤੋਂ ਨਨਕਾਣਾ ਸਾਹਿਬ ਦਾ ਮੋਰਚਾ ਚੱਲਿਆ, ਚਾਬੀਆਂ ਦਾ ਮੋਰਚਾ ਚੱਲਿਆ, ਗੁਰੂ ਕੇ ਬਾਗ ਦਾ ਮੋਰਚਾ ਚੱਲਿਆ। ਸਿੱਖਾਂ ਨੇ ਆਪਣੇ ਗੁਰਧਾਮ ਆਜ਼ਾਦ ਕਰਾਉਣ ਲਈ ਮਤਲਬ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ, ਸਿਰ ਦਿੱਤੇ ਜਿਹਨੂੰ ਆਪਾਂ ਕਹਿ ਦਈਏ। ਅੰਗਰੇਜ਼ ਪੂਰੀ ਤਰ੍ਹਾਂ ਦਬਾਉਣ ਲਈ ਲੱਗੇ ਹੋਏ ਸੀ ਕਿਉਂਕਿ ਅੰਗਰੇਜ਼ ਨਹੀਂ ਚਾਹੁੰਦੇ ਸੀ, ਉਹਨਾਂ ਨੂੰ ਪਤਾ ਸੀ ਸਿੱਖਾਂ ਦਾ ਜਿਹੜਾ ਉਤਸ਼ਾਹ ਦਾ ਸੋਮਾ, ਜਿਹੜਾ ਕੁਰਬਾਨੀਆਂ ਦਾ ਸੋਮਾ, ਜਿਹੜਾ ਸਮਾਜ ਲਈ ਕੁਝ ਕਰਨ ਲਈ ਪ੍ਰੇਰਦਾ, ਜਿਹੜਾ ਉਹਨਾਂ ਨੂੰ ਸਰਬੱਤ ਦੇ ਭਲੇ ਲਈ, ਉਹ ਗੁਰੂ ਗ੍ਰੰਥ ਸਾਹਿਬ ਆ, ਗੁਰਦੁਆਰੇ ਨੇ। ਇਸ ਕਰਕੇ ਉਹ ਕਬਜ਼ੇ ਨੂੰ ਰੱਖਣਾ ਚਾਹੁੰਦੇ ਸੀ। ਸਿੱਖਾਂ ਨੇ ਲੜਾਈ ਲੜੀ ਤੇ ਉਹ ਲੜਾਈ ਜਿੱਤੀ, ਜਿਹਦੇ ਵਿੱਚੋਂ ਅੰਗਰੇਜ਼ਾਂ ਨੂੰ ਮਜਬੂਰ ਹੋ ਕੇ ਚਾਹੇ 1920 ਦੇ ਵਿੱਚ ਬਣ ਗਈ ਸੀ ਸ਼੍ਰੋਮਣੀ ਕਮੇਟੀ ਪ੍ਰਾਈਵੇਟਲੀ, ਜਿਹਨੂੰ ਆਪਾਂ ਕਹਿੰਦੇ ਸਿੱਖਾਂ ਨੇ ਆਪਣੇ ਤੌਰ ਤੇ ਪੰਜਾਬ ਚੋਂ ਨੁਮਾਇੰਦੇ ਚੁਣ ਲਏ ਸੀ, ਪ੍ਰਧਾਨ ਚੁਣ ਲਏ ਸੀ, ਮੈਂਬਰ ਚੁਣ ਲਏ ਸੀ ਤੇ ਲਿਸਟ ਫੜਾਤੀ ਸੀ ਉਹਨਾਂ ਨੇ ਅੰਗਰੇਜ਼ਾਂ ਨੂੰ ਵੀ ਆਹ ਸਾਡੀ ਕਮੇਟੀ ਆ। ਹੁਣ ਉਹਨੂੰ ਮਾਨਤਾ ਦੇਣ ਦਾ ਸਵਾਲ ਸੀ ਕਿਉਂਕਿ ਕੱਲਾ ਤਾਂ ਜੇ ਇਹੀ ਹੋਵੇ ਵੀ ਪ੍ਰਬੰਧ ਸਿੱਖਾਂ ਨੂੰ ਦੇ ਦਿਓ ਫਿਰ ਤਾਂ ਹੋਰ ਗੱਲ ਸੀ। ਗੁਰਦੁਆਰਿਆਂ ਦੇ ਨਾਂ ਜ਼ਮੀਨਾਂ ਬਹੁਤ ਸੀ, ਜਗੀਰਾਂ ਬਹੁਤ ਸੀ, ਉਹਨਾਂ ਦੀ ਆਮਦਨ ਦਾ ਸਾਧਨ ਸੀ, ਜੀ ਤੋਂ ਲੋਹ ਲੰਗਰ ਤਪਦੇ ਸੀ, ਜੀ ਤੋਂ ਹੋਰ ਬਹੁਤ ਕੁਝ ਹੋਣਾ ਚਾਹੀਦਾ ਸੀ, ਜਿਹਨੂੰ ਮਹੰਤ ਨਿੱਜੀ ਸਵਾਰਥ ਲਈ ਵਰਤਦੇ ਸੀ।
ਕਾਨੂੰਨ ਦੇ ਅਨੁਸਾਰ ਉਹ ਤੇ ਕਬਜ਼ਾ ਹੋਣਾ ਵੀ ਜ਼ਰੂਰੀ ਸੀ, ਜਿਹਦੇ ਕਰਕੇ ਉਸ ਵੇਲੇ ਐਕਟ ਦਾ ਬਣਨਾ ਬਹੁਤ ਜ਼ਰੂਰੀ ਸੀ। ਇਸ ਹਾਲਤ 'ਚ 1925 ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ ਬਣਿਆ ਤੇ ਕਾਨੂੰਨਨ ਤੌਰ ਤੇ ਗੁਰਦੁਆਰਿਆਂ ਦਾ ਪ੍ਰਬੰਧ ਜਿਹੜੇ ਇਤਿਹਾਸਕ ਨੇ ਜਾਂ ਹੋਰ ਨੇ, ਮਤਲਬ ਉਸ ਸੀਮਾ ਦੇ ਵਿੱਚ ਆਉਂਦੇ ਨੇ, ਉਹ ਸਿੱਖਾਂ ਦੇ ਨੁਮਾਇੰਦਿਆਂ ਨੂੰ ਸੌਂਪਣ ਦਾ ਪ੍ਰਬੰਧ ਕੀਤਾ ਗਿਆ। ਉਹਦੀ ਚੋਣ, ਇਹ ਬਹੁਤ ਵੱਡੀ ਇਤਿਹਾਸਕ ਮਹੱਤਤਾ ਵਾਲੀ ਗੱਲ ਸੀ ਉਹਨਾਂ ਵੇਲਿਆਂ 'ਚ, ਮਤਲਬ ਬਹੁਤ ਵੱਡੀ ਪ੍ਰਾਪਤੀ ਸੀ। ਉਹ ਪ੍ਰਾਪਤੀ ਆ ਜਿਨ੍ਹਾਂ ਨੂੰ ਮੁਲਕ ਦੀ ਲੜਾਈ ਦੀ ਜਿਹੜੇ ਕਹਿੰਦੇ ਸੀ ਅਗਵਾਈ ਕਰਦੇ ਆ ਮਹਾਤਮਾ ਗਾਂਧੀ ਚਾਹੇ ਸ਼ੁਰੂ 'ਚ ਨਨਕਾਣਾ ਸਾਹਿਬ ਦੇ ਮੋਰਚੇ ਦੇ ਖਿਲਾਫ ਸੀ, ਉਹ ਨਹੀਂ ਚਾਹੁੰਦਾ ਸੀ ਵੀ ਇਸ ਤਰ੍ਹਾਂ ਹੋਵੇ। ਇਵਨ ਲਾਲਾ ਲਾਜਪਤ ਰਾਏ ਵੀ ਖਿਲਾਫ ਸੀ ਵੀ ਇਹਨਾਂ ਦਾ ਪ੍ਰਬੰਧ ਸਿੱਧਾ ਸਿੱਖਾਂ ਦੇ ਕੋਲੇ ਜਾਵੇ, ਸਿੰਘ ਸਭੀਆਂ ਦੇ ਕੋਲੇ ਜਾਵੇ ਜਾਂ ਜਿਹੜੇ ਉਹ ਅੰਦੋਲਨ ਕਰ ਰਹੇ ਨੇ ਉਹਨਾਂ ਕੋਲੇ ਜਾਵੇ। ਪਰ ਜਦੋਂ ਇਹ ਲੜਾਈ ਜਿੱਤ ਲਈ ਤਾਂ ਉਹਨਾਂ ਨੂੰ ਵੀ ਕਹਿਣਾ ਪਿਆ ਕਿ ਭਾਰਤ ਦੀ ਆਜ਼ਾਦੀ ਦੀ ਪਹਿਲੀ ਲੜਾਈ ਜਿੱਤ ਲਈ ਆ। ਐਡੀ ਵੱਡੀ ਅਹਿਮੀਅਤ ਸੀ ਉਸ ਮੌਕੇ ਐਕਟ ਦੇ ਬਣਨ ਦੀ ਤੇ ਸਿੱਖ ਗੁਰਧਾਮਾਂ ਦਾ ਪ੍ਰਬੰਧ ਗੁਰਸਿੱਖਾਂ ਕੋਲੇ ਆਉਣ ਦੀ। ਜੀ, ਸੋ ਜਿਸ ਤਰ੍ਹਾਂ ਸਾਡੇ ਮੁਲਕ ਦੇ ਲੀਡਰਾਂ ਨੂੰ ਮੰਨਣਾ ਪਿਆ ਕਿ ਇਹ ਭਾਰਤ ਦੀ ਆਜ਼ਾਦੀ ਦੀ ਪਹਿਲੀ ਲੜਾਈ ਸੀ, ਅਤੇ ਇਸੇ ਤਰ੍ਹਾਂ ਸਿੱਖਾਂ ਲਈ ਵੀ ਇਹ ਬਹੁਤ ਵੱਡੀ ਲੜਾਈ ਸੀ, ਬਹੁਤ ਵੱਡੀ ਜਦੋਜਹਿਦ ਸੀ। ਤੇ ਜਿਸ ਤਰ੍ਹਾਂ ਕਿ ਹੁੰਦਾ ਕਿ ਹਰ ਸਿੱਖ ਜੋ ਆਪਣੀ ਸ਼ਕਤੀ ਦਾ ਸੋਮਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ ਤੇ ਉੱਥੋਂ ਉਹ ਆਸਰਾ ਭਾਲਦਾ ਹੈ, ਸਮਰੱਥਾ ਆਪਣੀ ਲੈਣ ਲਈ, ਕੋਈ ਵੀ ਵਡੇਰਾ ਕਾਰਜ ਕਰਨ ਲਈ ਗੁਰੂ ਗ੍ਰੰਥ ਸਾਹਿਬ ਵੱਲ ਤੱਕਦਾ ਹੈ, ਗੁਰੂ ਗ੍ਰੰਥ ਸਾਹਿਬ ਤੋਂ ਹੀ ਉਹ ਰਾਹ ਮੰਗਦਾ ਹੈ, ਰਹਿਬਰੀ ਮੰਗਦਾ ਹੈ। ਤੇ ਗੁਰੂ ਗ੍ਰੰਥ ਸਾਹਿਬ ਸਥਾਪਿਤ ਨੇ ਗੁਰੂ ਘਰਾਂ ਵਿੱਚ, ਗੁਰਦੁਆਰਿਆਂ ਵਿੱਚ, ਤੇ ਗੁਰਦੁਆਰਿਆਂ ਦਾ ਪ੍ਰਬੰਧ ਸੀ ਮਹੰਤਾਂ ਕੋਲੇ। ਤੇ ਮਹੰਤਾਂ ਖਿਲਾਫ ਇਹ ਵੱਡੀ ਲੜਾਈ ਸਿੱਖਾਂ ਨੇ ਲੜੀ, ਲੋਕਾਂ ਨੇ ਲੜੀ। ਤੇ ਹੁਣ ਇਹ ਜਾਣਨਾ ਚਾਹੁੰਦੀ ਹਾਂ ਮੈਂ ਕਿ ਹੁਣ ਕੀ ਅਸੀਂ ਇਹ ਮੰਨਦੇ ਹਾਂ ਕਿ ਸਾਡੇ ਗੁਰੂ ਘਰ ਸੱਚਮੁੱਚ ਆਜ਼ਾਦ ਨੇ, ਤੇ ਹੁਣ ਦੀ ਸਥਿਤੀ ਕਿਹੋ ਜਿਹੀ ਹੈ? ਜਿਸ ਤਰ੍ਹਾਂ ਮਾਸਟਰ ਤਾਰਾ ਸਿੰਘ ਹੋਰਾਂ ਨੇ ਕਿਹਾ ਸੀ ਕਿ ਚੁਣੇ ਹੋਏ ਮਹੰਤਾਂ ਤੋਂ ਗੁਰੂ ਘਰਾਂ ਨੂੰ ਕੌਣ ਆਜ਼ਾਦ ਕਰਾਏਗਾ, ਜਾਂ ਕਿਵੇਂ ਆਜ਼ਾਦ ਕਰਾਵਾਂਗੇ ਅਸੀਂ? ਹਾਂਜੀ, ਇਹ ਗੱਲ ਠੀਕ ਹੈ ਤੁਹਾਡੀ। ਜਦੋਂ ਗੁਰਦੁਆਰਾ ਐਕਟ ਵੀ ਬਣਿਆ ਨਾ ਜੀ, ਉਦੋਂ ਵੀ ਸਿੱਖਾਂ ਦੇ ਵਿੱਚ ਮਤਭੇਦ ਸੀ ਕੀ ਐਕਟ ਨੂੰ ਪ੍ਰਵਾਨ ਕੀਤਾ ਜਾਵੇ ਜਾਂ ਨਾ, ਕਿਉਂਕਿ ਉਦੋਂ ਪਹਿਲਾਂ ਸਿੱਖਾਂ ਨੇ ਆਪਦੇ ਆਪ ਇੱਕ ਸ਼੍ਰੋਮਣੀ ਕਮੇਟੀ ਚੁਣ ਲਈ ਸੀ। ਇਲਾਕਿਆਂ 'ਚੋਂ ਬੰਦੇ ਭੇਜ ਕੇ ਜਿਹੜੇ ਪ੍ਰਪੱਕ ਸਿੱਖ ਸੀ, ਸਿੱਖੀ ਨੂੰ ਸਮਰਪਿਤ ਸੀ, ਉਹਨਾਂ ਦੀ ਕਮੇਟੀ ਚੁਣ ਲਈ ਸੀ। ਜਦੋਂ ਇਹ ਐਕਟ ਆਇਆ ਉਦੋਂ ਉਹਨਾਂ ਦੇ ਮਨ 'ਚ ਖਦਸ਼ੇ ਸੀ ਬਹੁਤ ਕਿ ਐਕਟ ਦੇ ਅਨੁਸਾਰ ਅਸੀਂ ਜਿਹੜੀ ਸਾਡੀ ਸਿੱਖੀ ਸਪਿਰਿਟ ਆ, ਸਿੱਖੀ ਸਿਧਾਂਤ ਨੇ, ਉਹਨਾਂ ਨੂੰ ਲਾਗੂ ਕਰ ਸਕਾਂਗੇ, ਉਹਨਾਂ ਨੂੰ ਬੁਲੰਦ ਕਰ ਸਕਾਂਗੇ ਜਾਂ ਨਹੀਂ ਕਰ ਸਕਾਂਗੇ। ਉਦੋਂ ਵੀ ਇਸ ਗੱਲ ਤੇ ਮਤਭੇਦ ਹੈਗੇ ਸੀ। ਤੁਹਾਡੀ ਗੱਲ ਵੀ ਸਹੀ ਆ। ਜਦੋਂ ਪਹਿਲੀ ਚੋਣ ਹੋਈ ਆ ਇਸ ਐਕਟ ਦੇ ਅਧੀਨ, ਉੱਥੇ ਜਿੱਤ ਕੇ ਆਏ ਨੇ, ਜਿਵੇਂ ਪ੍ਰਿਥੀਪਾਲ ਕਪੂਰ ਸਿੰਘ ਜੀ ਨੇ ਦੱਸਿਆ ਵੀ ਮਾਸਟਰ ਤਾਰਾ ਸਿੰਘ ਜੀ ਉਦਾਸ ਬੈਠੇ ਸੀ। ਉਹਨਾਂ ਨੂੰ ਕਿਸੇ ਨੇ ਪੁੱਛਿਆ ਵੀ ਤੁਸੀਂ ਉਦਾਸ ਕਿਉਂ? ਉਹ ਬੋਲੇ ਨਾ। ਦੂਜੀ ਵਾਰ ਪੁੱਛਿਆ, ਜਿਵੇਂ ਉਹਨਾਂ ਨੇ ਦੇਖਿਆ ਵੀ ਜਿਵੇਂ ਚੋਣਾਂ ਹੋਈਆਂ ਨੇ, ਜਿਹੋ ਜਿਹੇ ਬੰਦੇ ਚੁਣ ਕੇ ਆਏ ਨੇ, ਉਹਨਾਂ ਨੇ ਕਿਹਾ, ਕਹਿੰਦੇ ਵੀ ਉਹ ਮਹੰਤਾਂ ਨੂੰ ਤਾਂ ਅਸੀਂ ਭਜਾਤਾ, ਇਹ ਜਿਹੜੇ ਚੁਣੇ ਹੋਏ ਮਹੰਤ ਨੇ ਇਹਨਾਂ ਤੋਂ ਅਸੀਂ ਸਿੱਖੀ ਨੂੰ ਆਜ਼ਾਦ ਕਿਵੇਂ ਕਰਾਵਾਂਗੇ? ਮੇਰੇ ਮਨ 'ਚ ਸੰਸਾ ਤੇ ਸਮਾਂ ਪਾ ਕੇ ਉਹ ਸੰਸਾ ਜਿਹੜਾ ਅੱਜ ਕਾਫੀ ਹੱਦ ਤੱਕ ਸੱਚ ਸਾਬਤ ਹੋ ਰਿਹਾ। ਕਿਉਂ ਸੱਚ ਸਾਬਤ ਹੋ ਰਿਹਾ? ਕਿਉਂਕਿ ਸਿੱਖੀ ਦੇ ਵਿੱਚ ਲਗਾਤਾਰ ਦੋ ਤਰ੍ਹਾਂ ਦੇ ਸਵਾਲ ਆਏ ਨੇ। ਇੱਕ ਤਾਂ ਸਿੱਖੀ ਦੇ ਅੰਦਰੋਂ ਹੀ ਸਿੱਖੀ ਦੀ ਅੱਡ-ਅੱਡ ਵਿਆਖਿਆ ਹੋਣੀ, ਮਤਭੇਦ ਹੋਣੇ, ਜਿਹਨੂੰ ਆਪਾਂ ਕਹਿ ਦਈਏ ਸਿੱਖੀ ਦੇ ਵਿੱਚ ਵਿਪਰਤ ਸੰਸਕਾਰਾਂ ਦਾ ਖੋਟ ਰਲ ਜਾਣਾ। ਦੂਜੀ ਗੱਲ, ਸਿੱਖੀ ਤੇ ਬਾਹਰੋਂ ਵੀ ਹਮਲੇ ਨੇ, ਪ੍ਰਬੰਧਕੀ ਤੌਰ ਤੇ ਵੀ, ਸਿਆਸੀ ਤੌਰ ਤੇ ਵੀ, ਧਾਰਮਿਕ ਤੌਰ ਤੇ, ਇਤਿਹਾਸਕ ਤੌਰ ਤੇ ਵੀ। ਤੀਜੀ ਗੱਲ ਇਹ ਹੋਈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਕੰਮ ਸੀ ਇਹ ਗੁਰਦੁਆਰਿਆਂ ਦਾ ਪ੍ਰਬੰਧ ਕਰਨਾ, ਇਹਨਾਂ ਦੀਆਂ ਜ਼ਮੀਨ ਜਾਇਦਾਦਾਂ ਦੀ ਰਾਖੀ ਕਰਨੀ, ਪ੍ਰਬੰਧ ਸੁਚਾਰੂ ਕਰਨਾ, ਜੋ ਪ੍ਰਥਾਵਾਂ ਨੇ ਸਾਡੀਆਂ, ਲੰਗਰ ਦਾ ਪ੍ਰਬੰਧ ਸੁਚਾਰੂ ਕਰਨਾ ਹੈ ਜੀ, ਜ਼ਮੀਨ ਜਾਇਦਾਦ ਦੀ ਰਾਖੀ ਕਰਨੀ, ਆਮਦਨ ਨੂੰ ਸਾਂਭਣਾ। ਦੂਜਾ, ਸਿੱਖੀ ਦਾ ਪ੍ਰਚਾਰ, ਜਿਹਨੂੰ ਆਪਾਂ ਕਹਿੰਦੇ ਆ ਗੁਰਮਤ ਦਾ ਪ੍ਰਚਾਰ ਤੇ ਮਨਮਤ ਦਾ ਪ੍ਰਹਾਰ ਸੀ ਜਿਹੜਾ, ਉਹ ਕਰਨ ਦਾ ਏਜੰਡਾ ਸੀ। ਸਮੇਂ ਦੇ ਅਨੁਸਾਰ ਇਹ ਕੀ ਹੋਇਆ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦੀ ਇੱਕ ਸਿਆਸੀ ਹੋਂਦ ਬਣਾਉਣ 'ਚ ਬਹੁਤ ਵੱਡਾ ਰੋਲ ਅਦਾ ਕੀਤਾ। ਸਿਆਸਤ ਜਿਹੜੀ ਤੇ ਭਾਰੂ ਹੁੰਦੀ ਗਈ। ਜਦੋਂ ਸਿਆਸਤ ਦੇ ਉੱਤੇ ਭਾਰੂ ਹੁੰਦੀ ਗਈ, ਫਿਰ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਜਿਹੜੀ, ਉਹ ਸਿਆਸੀ ਹਿੱਤਾਂ ਦੇ ਲਈ ਵਰਤੀ ਜਾਣ ਲੱਗ ਗਈ। ਸਿੱਖ ਸਿਧਾਂਤਾਂ ਲਈ, ਸਿੱਖ ਸਰੋਕਾਰਾਂ ਲਈ, ਸਮਾਜਿਕ ਸਰੋਕਾਰਾਂ ਦੀ ਥਾਂ ਵੀ ਅਕਾਲੀਆਂ ਦੀ ਸਿਆਸਤ ਨੂੰ ਕਿਹੜੀ ਗੱਲ ਕਿਵੇਂ ਰਾਸ ਆਉਂਦੀ ਆ, ਉਹ ਅਮਲ ਆ ਜਿਹੜਾ ਚੱਲਿਆ। ਤੇ ਅੱਜ ਉਹ ਅਮਲ ਇਸ ਹੱਦ ਤੱਕ ਸਿਰੇ ਤੇ ਆ ਜਿਹਨੂੰ ਆਪਾਂ ਕਹਿ ਦਈਏ ਸਾਰੇ ਪੱਧਰਾਂ ਤੇ, ਪ੍ਰਬੰਧਕੀ ਪੱਧਰਾਂ ਤੇ, ਪਾਰਦਰਸ਼ਤਾ ਦੇ ਪੱਧਰਾਂ ਤੇ, ਲੋਕਾਂ ਨਾਲ ਸੇਵਾ ਦੇ ਪੱਧਰ ਤੇ, ਮਤਲਬ ਹਰ ਪਾਸੇ ਨਿਘਾਰ ਆ ਜਿਹੜਾ ਉਹ ਆਇਆ। ਤੇ ਭ੍ਰਿਸ਼ਟਾਚਾਰ ਦਾ ਅੱਡ-ਅੱਡ ਥਾਵਾਂ ਤੇ ਬੋਲਬਾਲਾ ਜਿਹੜਾ ਉਹ ਤੁਸੀਂ ਦੇਖ ਵੀ ਲਓ, ਉਹ ਸਾਹਮਣੇ ਆ ਰਿਹਾ ਜੀ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਤੁਸੀਂ ਜ਼ਿਕਰ ਕੀਤਾ ਹੈ ਕਿ
ਇਹਦੇ ਤੇ ਕੋਈ ਦਬਾਅ ਨਹੀਂ ਸੀ ਹੋਣਾ ਚਾਹੀਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ, ਖਾਸ ਕਰਕੇ ਸਿਆਸਤ ਦਾ। ਅਤੇ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਕਿਹਾ ਕਿ ਸਿਆਸਤ ਤੇ ਧਰਮ ਦਾ ਕੁੰਡਾ ਹੋ ਸਕਦਾ ਜਾਂ ਹੋਣਾ ਚਾਹੀਦਾ, ਪਰ ਹੁਣ ਕੀ ਸਾਡੇ ਉਲਟ ਵਾਪਰ ਰਿਹਾ ਹੈ? ਬਹੁਤੇ ਵਿਚਾਰਵਾਨਾਂ ਦਾ, ਵਿਚਾਰਕਾਂ ਦਾ ਤੇ ਸਿਆਣੇ ਲੋਕਾਂ ਦਾ ਇਹ ਮੰਨਣਾ ਹੈ ਕਿ ਸਿਆਸਤ, ਜਿਸ ਤਰ੍ਹਾਂ ਤੁਸੀਂ ਕਹਿ ਚੁੱਕੇ ਹੋ ਕਿ ਹਾਵੀ ਹੋ ਰਹੀ ਹੈ, ਤੇ ਸਿਆਸਤ ਵਿੱਚੋਂ ਵੀ ਇੱਕ ਖਾਸ ਕਿਸਮ ਦਾ ਖਾਸ ਧੜਾ ਹਾਵੀ ਹੈ। ਤੇ ਕੀ ਅਸੀਂ ਬਹੁਤੇ ਸਿੱਖ ਇਸ ਤੋਂ ਅਵੇਅਰ ਨਹੀਂ ਹਨ, ਸੁਚੇਤ ਨਹੀਂ ਹਨ, ਜਾਂ ਅਸੀਂ ਹੋ ਪਰੇ ਕਰ ਰਹੇ ਹਾਂ ਹਿੱਤਾਂ ਦੇ ਮੁਤਾਬਕ? ਦੇਖੋ, ਗੱਲ ਅਸਲ ਦੇ ਵਿੱਚ ਇਹ ਆ, ਆਪਦੇ ਆਪ 'ਚ ਸਿਆਸਤ ਆ ਜਿਹੜੀ ਕੋਈ ਮਾੜੀ ਚੀਜ਼ ਨਹੀਂ ਹੈ। ਜਿਵੇਂ ਆਪਾਂ ਸਿੱਖੀ ਦੇ ਵਿੱਚ ਵੀ ਕਹਿੰਦੇ ਆ ਮੀਰੀ ਪੀਰੀ ਦਾ ਸੰਕਲਪ ਆ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਦਰਜ ਗੁਰਬਾਣੀ ਆ, ਜੋ ਉੱਥੇ ਸੰਦੇਸ਼ ਆ ਵੀ ਇਹ ਦੁਨੀਆ ਕੀ ਆ, ਜਿਹਦੇ ਵਿੱਚ ਕਹਿੰਦੇ ਵਿੱਚ ਦੁਨੀਆ ਸੇਵਕ ਮਾਈਏ ਤਾਂ ਦਰਗਾਹ ਵੇਸਨ ਪਾਈਏ, ਮਨੁੱਖ ਕੀ ਆ, ਮਨੁੱਖ ਦੇ ਸਮਾਜਿਕ ਸਰੋਕਾਰ ਕੀ ਨੇ, ਮਨੁੱਖ ਦੇ ਫਰਜ਼ ਕੀ ਨੇ, ਮਨੁੱਖ ਦੇ ਜਿਹੜਾ ਰਾਜ ਪ੍ਰਬੰਧ ਆ ਉਹਦੇ ਪ੍ਰਤੀ ਮਨੁੱਖ ਦੀ ਕਿਹੋ ਜਿਹੀ ਪਹੁੰਚ ਹੋਣੀ ਆ। ਗੁਰਬਾਣੀ ਦੇ ਵਿੱਚ ਲਿਖਿਆ ਨਾ ਜੀ, ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਵਣ ਬੈਠੇ ਸੁੱਤੇ। ਗੁਰਬਾਣੀ ਦੇ ਵਿੱਚ ਇਹ ਗੱਲਾਂ ਨੇ ਨਾ ਜੀ, ਮਾਇਆ ਧਾਰੀ ਅੰਨਾ ਬੋਲਾ, ਪਾਪਾਂ ਬਾਝੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਏ, ਸਰਬੱਤ ਦੇ ਭਲੇ ਦੇ ਵਿੱਚ ਆਪਦਾ ਭਲਾ ਦੇਖਣਾ। ਹੁਣ ਇਹ ਜਿਹੜੇ ਸਿੱਖ ਸਿਧਾਂਤ ਨੇ, ਇਹਨਾਂ ਸਿੱਖ ਸਿਧਾਂਤਾਂ ਤੋਂ ਜਿਹੜੀ ਭਟਕਣਾ ਉਹ ਸਾਰੇ ਪੱਧਰ ਤੇ ਤੁਹਾਨੂੰ ਸਾਹਮਣੇ ਆ ਰਹੀ ਆ। ਜੇ ਗੁਰੂ ਗ੍ਰੰਥ ਸਾਹਿਬ ਦਾ, ਗੁਰਬਾਣੀ ਦਾ ਜਿਹੜਾ ਸੰਦੇਸ਼ ਆ, ਜੇ ਉਹਦੇ ਅਨੁਸਾਰ ਤੁਸੀਂ ਸਮਾਜ ਦੇ ਵਿੱਚ ਵਿਚਰੋ, ਉਹਦੇ ਅਨੁਸਾਰ ਇੱਕ ਉਹ ਜਿਹਾ ਰਾਜ ਪ੍ਰਬੰਧ ਉਸਾਰੋ, ਉਹਦੇ ਅਨੁਸਾਰ ਇੱਕ ਆਰਥਿਕ ਪ੍ਰਬੰਧ ਉਸਾਰਿਆ ਜਾਵੇ, ਉਹਦੇ ਅਨੁਸਾਰ ਮਨੁੱਖਾਂ ਪ੍ਰਤੀ ਸਤਿਕਾਰ ਤੇ ਉਹ ਕੀਤਾ ਜਾਵੇ, ਉਹ ਤਾਂ ਸਭ ਤੋਂ ਵੱਡੀ ਸਿਆਸਤ ਆ। ਇਸ ਕਰਕੇ ਸਮੱਸਿਆ ਇਹ ਨਹੀਂ ਵੀ ਸਿਆਸਤ ਹਾਵੀ ਹੋ ਗਈ, ਸਮੱਸਿਆ ਇਹ ਆ ਵੀ ਉਹ ਸਿਆਸਤ ਹਾਵੀ ਹੋ ਗਈ ਜਿਹਨੂੰ ਗੁਰੂ ਗ੍ਰੰਥ ਸਾਹਿਬ 'ਚ ਦਰਜ ਗੁਰਬਾਣੀ ਮਾਨਤਾ ਨਹੀਂ ਦਿੰਦੀ, ਪ੍ਰਵਾਨ ਨਹੀਂ ਕਰਦੀ, ਜਿਹਦੇ ਕਰਕੇ ਪ੍ਰਿਥੀਪਾਲ ਸਿੰਘ ਵਰਗੇ ਸਿੱਖ ਵਿਦਵਾਨ ਨੂੰ ਇਹ ਕਹਿਣਾ ਪੈ ਗਿਆ ਵੀ ਅੱਜ ਗੁਰੂ ਆ ਜਿਹੜਾ ਉਹ ਸਿੱਖਾਂ ਦੇ ਨਾਲ ਨਹੀਂ, ਜੋ ਹਾਲਤ ਪੈਦਾ ਹੋ ਗਈ। ਹਾਂ, ਬਿਲਕੁਲ ਤੁਸੀਂ ਜਿਸ ਤਰ੍ਹਾਂ ਕਿਹਾ ਕਿ ਗੁਰੂ ਸਿੱਖਾਂ ਦੇ ਨਾਲ ਨਹੀਂ ਹੈ, ਤੇ ਮੈਂ ਸਿਆਸਤ ਦੇ ਖਿਲਾਫ ਨਹੀਂ ਹਾਂ, ਸਿਆਸਤ ਜ਼ਿੰਦਗੀ ਦੇ ਹਰ ਪਹਿਲੂ ਵਿੱਚ ਸ਼ਾਮਲ ਹੈ। ਮੇਰਾ ਇਹ ਕਹਿਣ ਦਾ ਮਤਲਬ ਹੈ ਕਿ ਸਿਆਸਤ ਜਦੋਂ ਆਪਣੇ ਹਿੱਤ ਦੇਖਣ ਲੱਗਦੀ ਹੈ, ਨਿੱਜੀ ਹਿੱਤ ਨਹੀਂ, ਠੀਕ ਆ, ਜਦੋਂ ਦੇਖੋ, ਜਦੋਂ ਸੰਦੇਸ਼ ਆ ਸਾਨੂੰ ਸਰਬੱਤ ਦੇ ਭਲੇ 'ਚ ਆਪਦਾ ਭਲਾ ਦੇਖਣਾ, ਆਪਦਾ ਭਲਾ ਹੋਊਗਾ ਪਰ ਸਰਬੱਤ ਦੇ ਭਲੇ 'ਚ ਹੋਊ। ਜਦੋਂ ਤੁਸੀਂ ਆਪਦੇ ਭਲੇ 'ਚ ਸਰਬੱਤ ਦਾ ਭਲਾ ਦੇਖਣ ਲੱਗ ਜਾਓ ਫਿਰ ਉਲਟ ਹੋ ਜਾਂਦਾ। ਅੱਜ ਸਿੱਖਾਂ ਦੀ ਸੋਚ ਦੇ ਅੰਦਰ ਵਿਗਾੜ ਬਹੁਤ ਆ ਗਿਆ। ਠੀਕ ਆ, ਕਹਿੰਦੇ ਨੇ ਰੱਬਾ ਸਭ ਦਾ ਭਲਾ ਕਰੀ ਪਰ ਸ਼ੁਰੂ ਮੇਰੇ ਤੋਂ ਕਰੀ। ਇਹ ਖੋਟ ਨਹੀਂ ਨਾ ਜੀ, ਇਹ ਭਟਕਣਾ। ਜਦੋਂ ਤੁਸੀਂ ਸੈਲਫ ਸੈਂਟਰਕ ਹੋਗੇ, ਸਵੈ ਕੇਂਦਰਿਤ ਹੋਗੇ, ਸੁਸਾਇਟੀ ਕੇਂਦਰਿਤ ਹੋਣ ਦੀ ਥਾਂ ਸਰਬੱਤ ਦੇ ਭਲੇ ਵੱਲ ਦੇਖਣ ਦੀ ਥਾਂ ਤੁਹਾਡਾ ਸਾਰਾ ਸੋਚ ਪ੍ਰਬੰਧ ਹੋਇਆ ਆ ਗਿਆ, ਫਿਰ ਉਹੇ ਜਿਹੀਆਂ ਨੀਤਾਂ ਨਿਕਲਦੀਆਂ ਨੇ, ਉਹਨਾਂ ਦੀਆਂ ਨੀਤਾਂ ਪੈਦਾ ਹੁੰਦੀਆਂ ਨੇ, ਉਹ 'ਚ ਉਹਨਾਂ ਦੀਆਂ ਨੀਤੀਆਂ ਹੁੰਦੀਆਂ ਨੇ, ਉਹ 'ਚ ਉਹੇ ਜਿਹੇ ਫੈਸਲੇ ਲਏ ਜਾਂਦੇ ਨੇ ਜਿਹਦੇ ਨਾਲ ਫਿਰ ਸਿੱਖਾਂ ਨੂੰ ਵੀ ਨਿਰਾਸ਼ਾ ਹੁੰਦੀ ਆ, ਤੇ ਜਿਹਦੇ ਕਰਕੇ ਇਹਦੇ ਖਿਲਾਫ ਰੋਸ ਵੀ ਪੈਦਾ ਹੁੰਦਾ, ਵਿਰੋਧ ਵੀ ਪੈਦਾ ਹੁੰਦਾ। ਫਿਰ ਜਿਹੜਾ ਉਹ ਐਕਟ ਸੀ, ਜਿਹੜਾ ਉਹਨਾਂ ਵੇਲਿਆਂ ਦੇ ਵਿੱਚ ਬਹੁਤ ਵਧੀਆ ਐਕਟ ਸੀ, ਉਹ ਹੁਣ ਤੁਹਾਨੂੰ ਉਹ ਐਕਟ ਇਹ ਥੋੜ੍ਹਾ ਕਹਿੰਦਾ ਵੀ ਤੁਸੀਂ ਆਹ ਕੰਮ ਕਰੋ ਜੋ ਕਰਦੇ ਹੋ। ਜਿਵੇਂ ਤੁਸੀਂ ਗੁਰਦੁਆਰਿਆਂ 'ਚ ਨਿਯੁਕਤੀਆਂ ਕਰਦੇ ਹੋ, ਜਿਵੇਂ ਸਿਲੈਕਸ਼ਨਾਂ ਕਰਦੇ ਹੋ, ਜਿਵੇਂ ਸਿਸਟਮ ਉਸਾਰਦੇ ਹੋ, ਦੇਖੋ ਐਕਟ ਦੇ ਵਿੱਚ ਤਾਂ ਜੁਡੀਸ਼ੀਅਲ, ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਵੀ ਆ ਤਾਂ ਕਿ ਕਰਪਸ਼ਨ ਨੂੰ ਨੱਥ ਪਾਈ ਜਾ ਸਕੇ। ਜੋ ਕੁਝ ਗੁਰਦੁਆਰਾ ਐਕਟ 'ਚ ਆ, ਜੋ ਕੁਝ ਤੁਸੀਂ ਕਰ ਰਹੇ ਹੋ, ਉਹ ਐਕਟ ਨਹੀਂ ਤੁਹਾਨੂੰ ਉਹ ਕਹਿ ਰਿਹਾ ਕਰਨ ਨੂੰ, ਤੁਸੀਂ ਉਹ ਆਪਦਾ ਪ੍ਰਬੰਧ ਉਸਾਰ ਕੇ ਉਹਦੇ ਵਿੱਚ ਕਰ ਰਹੇ ਹੋ। ਜਿਹਦੇ ਹੁਣ ਤੁਸੀਂ ਦੇਖ ਲਓ ਜੀ, ਗੁਰਬਾਣੀ ਦਾ ਜਦੋਂ ਹਰ ਚੀਜ਼ ਠੇਕੇ ਤੇ ਹੋ ਜੇ, ਜਦੋਂ ਧਰਮ ਆ ਜਿਹੜਾ ਉਹ ਵਪਾਰ ਬਣ ਜੇ, ਜਦੋਂ ਗੁਰਬਾਣੀ ਦਾ ਪ੍ਰਚਾਰ ਆ ਚੈਨਲ ਕਿਹੜੇ ਨੂੰ ਦੇਣਾ, ਕਿੰਨੇ ਕਰੋੜਾਂ ਦਾ ਸੌਦਾ ਹੋ ਜੇ, ਉਹ ਵੀ ਇੱਕ ਵਪਾਰ ਬਣ ਜੇ। ਜਿਹੜੇ ਉੱਥੇ ਸਾਰੇ ਕੰਮ ਹੁੰਦੇ ਨੇ ਉਹ ਵੀ ਸਾਰੇ ਠੇਕੇਦਾਰੀ ਵਾਲੇ ਹੋਣ ਲੱਗ ਜਾਣ। ਪੈਸਾ ਜਿਹੜਾ ਨਾ ਜੀ, ਉਹ ਜਦੋਂ ਪ੍ਰਮੁੱਖ ਬਣ ਜੇ ਫੇਰ ਆ ਜਿਹੜੀ ਸਿੱਖੀ ਵਾਲੀ ਗੱਲ ਆ ਬਹੁਤ ਪਿੱਛੇ ਚਲੀ ਜਾਂਦੀ ਆ। ਉਹਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਸਰੂਪਾਂ ਦੀ ਗੱਲ ਆ ਜੀ, ਅੱਜ ਕੱਲ੍ਹ ਬਹੁਤ ਚੱਲ ਰਹੀ ਆ। ਗੁੰਮ ਹੋ ਗਏ ਨਾ, ਉਹ ਗੁੰਮ ਹੋਏ ਨੇ ਨਾ ਬੇਅਦਬੀ ਹੋਈ ਆ। ਗੱਲ ਇਹ ਆ ਵੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਤੁਸੀਂ ਇੱਕ ਸਰੂਪਾਂ ਪ੍ਰਤੀ ਪਹੁੰਚ ਇਹੀ ਜਿਹੀ ਉਸਾਰ ਲਈ ਜਿਹੜੀ ਇੱਕ ਬਹੁਤ ਮਹਿੰਗੀ ਪੈ ਗਈ। ਹੁਣ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਆਪਾਂ ਬੀੜ ਕਹਿੰਦੇ ਸੀ ਜੀ, ਫਿਰ ਬੀੜ ਸਤਿਕਾਰ ਨਾਲ ਲੈ ਜਾਂਦੇ ਸੀ, ਪ੍ਰਕਾਸ਼ ਕਰ ਦਿੰਦੇ ਸੀ, ਮਰਿਆਦਾ ਅਲੱਗ ਹੁੰਦੀ ਸੀ। ਹੁਣ ਤੁਸੀਂ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਜੀ ਨੂੰ ਅਸੀਂ ਕਹਿੰਦੇ ਆ, ਤੁਸੀਂ ਹੁਣ ਉਹਨੂੰ ਹਰ ਰੋਜ਼ ਕਹਿੰਦੇ ਹੋ ਗੁਰੂ ਗ੍ਰੰਥ ਜੀ ਮੰਨਦੇ ਹੋ, ਪ੍ਰਗਟ ਗੁਰਾਂ ਕੀ ਦੇ। ਤੁਸੀਂ ਉਹ ਦੇਹਧਾਰੀ ਦਾ ਗੁਰੂ ਖਾਤਮਾ ਕੀਤਾ, ਤੁਸੀਂ ਉਹਨਾਂ ਨੂੰ ਦੇਹ ਕਹਿਣ ਲੱਗੇ, ਤੁਸੀਂ ਉਹਨਾਂ ਦੇ ਪੰਨੇ ਨੂੰ ਅੰਗ ਬਣਾ ਲਿਆ ਜੀ। ਫਿਰ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਉਹਨਾਂ ਦੇ ਪ੍ਰਕਾਸ਼ਿਤ ਹੋਣ ਸਾਰਿਆਂ ਨੂੰ ਸਰੂਪ ਕਰਕੇ ਉੱਤੇ ਉਹ ਮਰਿਆਦਾ ਲਾਗੂ ਕਰਤੀ ਜੀ। ਫਿਰ ਉਹਨੂੰ ਲੈ ਕੇ ਕੌਣ ਜਾ ਸਕਦਾ, ਰੱਖ ਕੌਣ ਸਕਦਾ, ਕਿਵੇਂ ਪਹੁੰਚਾਇਆ ਜਾਵੇ ਦੇਸ਼ ਤੇ ਵਿਦੇਸ਼ ਅੰਦਰ, ਉਹਦਾ ਇੱਕ ਸਿਸਟਮ ਲਾਗੂ ਕਰਤਾ ਜਿਹੜਾ ਇੰਨਾ ਮਹਿੰਗਾ ਹੋ ਗਿਆ ਕਿ ਆਮ ਸਿੱਖ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਹੋਣ ਲੱਗੇ। ਉਹਦੇ ਵਿੱਚੋਂ ਕਰਪਸ਼ਨ ਪੈਦਾ ਹੋ ਗਈ, ਕਰਪਸ਼ਨ ਦੇ ਵਿੱਚੋਂ ਆਹ ਚੀਜ਼ਾਂ ਪੈਦਾ ਹੋਈਆਂ ਨੇ ਵੀ 2 ਨੰਬਰ ਦੇ ਵਿੱਚ ਤੁਸੀਂ ਚੀਜ਼ਾਂ ਦੇ ਦਿਓ ਜਿਹੜੇ ਉਹ ਮੰਨਦੇ ਵੀ ਨੇ, ਔਰ ਕਾਰਡ 'ਚ ਆ ਜਾਓ, ਪੈਸੇ ਜਮ੍ਹਾਂ ਕਰਾ ਦਿਓ, ਜੇ ਕਰ ਦਿਓ ਉਹ ਕਰ ਦਿਓ। ਹੁਣ
ਭਾਈ ਮੋਹਕਮ ਸਿੰਘ ਦੀ ਇੱਕ ਵਾਰ ਮੈਂ ਗੱਲ ਸੁਣੀ। ਉਹ ਕਹਿੰਦਾ ਜੇ ਬਾਹਰਲੇ ਦੇਸ਼ 'ਚ ਤੁਸੀਂ ਗੁਰੂ ਗ੍ਰੰਥ ਸਾਹਿਬ ਕਿਸੇ ਸਿੱਖ ਨੇ ਮੰਗਾਉਣਾ 10.5 ਲੱਖ ਰੁਪਏ ਲੱਗਦਾ। ਇੱਥੋਂ ਜਿਵੇਂ ਜਾਂਦੇ ਆ ਨਾ ਕੰਟੇਨਰਾਂ 'ਚ ਗੱਡੀ 'ਚ, ਫਿਰ ਉੱਥੇ ਵੀ ਇੱਕ ਵੱਖਰਾ ਕਮਰਾ ਹੋਣਾ ਚਾਹੀਦਾ, ਉੱਥੇ ਆਹ ਮਰਿਆਦਾ ਹੋਣੀ ਚਾਹੀਦੀ ਆ। ਮਤਲਬ ਗੁਰੂ ਸਾਹਿਬ ਨੇ ਤਾਂ ਕਿਹਾ ਸੀ ਹਸੰਦਿਆਂ ਖਰਨਦਿਆਂ ਵਿੱਚ ਹੋਵੇ ਮੁਕਤੀ। ਸੋ ਇਸ ਕਰਕੇ ਇਹ ਜਿਹੜਾ ਸਿਸਟਮ ਬ੍ਰਾਹਮਣਵਾਦੀ ਸਿਸਟਮ ਜਿਹੜਾ ਭਾਰੂ ਹੋ ਗਿਆ ਨਾ ਜੀ, ਇਹ ਉਹਦੀਆਂ ਆਫਸ਼ੂਟਸ ਨੇ, ਉਹਦੀਆਂ ਸਮੱਸਿਆਵਾਂ ਨੇ। ਦੂਜੀ ਗੱਲ, ਜਿਹੜੇ ਹੁਣ ਇਹ ਹੋ ਰਿਹਾ ਵੀ ਕਾਨੂੰਨ ਦੇ ਵਿੱਚ ਸਿਲੈਕਸ਼ਨ ਹੋਣੀ ਚਾਹੀਦੀ ਹੈ ਜੀ, ਇਲੈਕਸ਼ਨ ਨੇ ਮਾੜਾ ਪ੍ਰਬੰਧ ਕਰਤਾ। ਇਲੈਕਸ਼ਨ ਤੁਸੀਂ ਕਿਵੇਂ ਲੜਦੇ ਹੋ? ਤੁਸੀਂ ਇਲੈਕਸ਼ਨ ਪ੍ਰਬੰਧ ਕਿਹੋ ਜਿਹਾ ਬਣਾਤਾ? ਤੁਸੀਂ ਉਹਨੂੰ ਮਾੜਾ ਬਣਾਇਆ। ਐਕਟ ਕੁਝ ਕਰਨ ਥੋੜਾ ਤੁਹਾਨੂੰ ਕਹਿੰਦਾ। ਜਦੋਂ ਪੰਜਾਬ ਵੱਖਰਾ ਸੂਬਾ ਬਣ ਗਿਆ ਸੀ ਤਾਂ ਤੁਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਇਹ ਫੈਸਲਾ ਸੀ ਪੰਜਾਬ ਰੀਆਰਗੇਨਾਈਜੇਸ਼ਨ ਐਕਟ 'ਚ ਵੀ ਇਹ ਕਾਰਪੋਰੇਸ਼ਨ ਆ ਜਿਹੜੀ, ਕਿਉਂਕਿ ਸਰਕਾਰ ਦੇ ਕਾਨੂੰਨ ਮੁਤਾਬਕ ਬਣੀ ਆ, ਇਹ ਇੰਟਰਸਟੇਟ ਕਾਰਪੋਰੇਸ਼ਨ ਆ, ਵੱਖ-ਵੱਖ ਸੂਬੇ ਆਪੋ ਆਪ ਦਾ ਕਾਨੂੰਨ ਬਣਾ ਸਕਦੇ ਨੇ। ਜਦੋਂ ਹਰਿਆਣੇ ਨੇ ਬਣਾਇਆ ਤੁਸੀਂ ਉਹਦਾ ਵਿਰੋਧ ਕੀਤਾ। ਈਵਨ ਜਦੋਂ ਪਾਕਿਸਤਾਨ 'ਚ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਤੁਸੀਂ ਉਹਦਾ ਵਿਰੋਧ ਕੀਤਾ। ਤੁਸੀਂ ਇਹਨੂੰ ਜਾਣਬੁੱਝ ਕੇ ਇੰਟਰਸਟੇਟ ਰੱਖ ਰਹੇ ਹੋ। ਇੰਟਰਸਟੇਟ ਰੱਖਣ ਦਾ ਮਤਲਬ ਹੈ ਦਿੱਲੀ ਦੇ ਹੱਥ 'ਚ ਹੈ, ਚੋਣ ਕਦੋਂ ਕਰਾਉਣੀ ਹੈ ਨਹੀਂ ਕਰਾਉਣੀ ਹੈ। ਤੁਸੀਂ ਜਿਵੇਂ ਹਰਿਆਣਾ ਨੇ ਕਾਨੂੰਨ ਬਣਾਇਆ, ਤੁਸੀਂ ਪੰਜਾਬ ਸਟੇਟ ਦਾ ਕਾਨੂੰਨ ਬਣਾਓ। ਜੋ ਤੁਹਾਨੂੰ ਇਹਦੇ ਵਿੱਚ ਤਰੁੱਟੀਆਂ ਲੱਗਦੀਆਂ ਨੇ 1925 ਦੇ ਐਕਟ 'ਚ, ਤੁਸੀਂ ਸਿੱਖਾਂ ਨਾਲ ਨੁਮਾਇੰਦੇ ਨਾਲ ਸਲਾਹ ਮਸ਼ਵਰਾ ਕਰਕੇ ਸੁਧਾਰੋ ਤੇ ਸਾਰਾ ਕੁਝ ਪੰਜਾਬ ਦੇ ਹੱਥ 'ਚ ਹੋ। ਫਿਰ ਸਾਨੂੰ ਐ ਥੋੜੋ ਵੀ ਦਿੱਲੀ ਚੋਣ ਨਹੀਂ ਕਰਾਉਂਦੀ ਜੀ, ਹੋਮ ਮਿਨਿਸਟਰੀ ਆਹ ਨਹੀਂ ਕਰਦੀ ਜੀ। ਹੁਣ 4 ਸੂਬੇ ਆਉਂਦੇ ਨੇ, ਚ ਹਰਿਆਣਾ, ਹਿਮਾਚਲ ਕਹਿ ਲਓ, ਚੰਡੀਗੜ੍ਹ ਰਾਜਧਾਨੀ ਹੈ, ਉਹ ਪੁੱਛਦੇ ਨੇ ਚੋਣ ਕਦੋਂ ਕਰਾ ਲਈਏ। ਇੱਕ ਕਹਿੰਦੇ ਨਹੀਂ ਜੀ ਹਾਲੇ ਨਾ ਕਰੋ ਚੋਣ ਕਦੋਂ ਕਰਾਉਣੀ ਹੈ, ਕਿਵੇਂ ਕਰਾਉਣੀ ਹੈ? ਤੁਸੀਂ ਆਪਣੀਆਂ ਵਾਗਾਂ ਆਪ ਦਿੱਲੀ ਦੇ ਹੱਥ ਫੜਾ ਰੱਖੀਆਂ। ਸਿੱਖਾਂ ਨੂੰ ਚਾਹੀਦਾ ਵੀ ਪੰਜਾਬ ਰਾਜ ਆ ਜਿਹੜਾ ਆਪ ਦਾ ਐਕਟ ਬਣਾਵੇ, ਢੁਕਵਾਂ ਐਕਟ ਬਣਾਵੇ, ਜੋ ਤਰੁੱਟੀਆਂ ਆਉਂਦੀਆਂ ਨੇ ਉਹਨਾਂ ਨੂੰ ਦੂਰ ਕਰੇ। ਜਿਵੇਂ ਸਿੱਖ ਦੀ ਪਰਿਭਾਸ਼ਾ ਬਾਰੇ ਤਰੁੱਟੀ ਸੀ, ਟੋੜਾ ਸਾਹਿਬ ਨੇ ਜਦੋਂ ਦਿੱਲੀ ਕਮੇਟੀ ਦਾ ਬਣਿਆ ਕਾਨੂੰਨ 1973 'ਚ ਸਿੱਖ ਦੀ ਪਰਿਭਾਸ਼ਾ ਦੀ ਤਰੁੱਟੀ ਦੂਰ ਕਰਤੀ। ਹੁਣ ਹਰ ਇੱਕ ਜਣਾ ਖਾਣਾ ਵੋਟਾਂ ਨਹੀਂ ਪਾ ਸਕਦਾ। ਜਿਵੇਂ ਪਹਿਲਾਂ ਵੋਟਾਂ 'ਚ ਜੀ ਫਾਰਮ ਭਰ ਲਏ ਜੀ, ਜੋ ਹੁਣ ਸਾਬਤ ਸੂਰਤ ਸਿੱਖ ਹੋਣਾ ਜ਼ਰੂਰੀ ਆ। ਹੁਣ ਤੁਸੀਂ ਵੋਟਾਂ ਫੋਟੋ ਵਾਲੀਆਂ ਬਣਾਓ ਜੀ। ਹੁਣ ਜੇ ਸਖਤੀ ਨਾਲ ਇਹ ਲਾਗੂ ਕੀਤਾ ਜਾਵੇ, ਹਰਸਿਮਰਤ ਕੌਰ ਵੀ ਵੋਟ ਨਹੀਂ ਪਾ ਸਕਦੀ ਸ਼੍ਰੋਮਣੀ ਕਮੇਟੀ ਦੀ, ਨਾ ਬੀਬੀ ਜਗੀਰ ਕੌਰ ਪਾ ਸਕਦੀ ਹੈ। ਸਾਬਤ ਸੂਰਤ ਸਿੱਖ ਚਾਹੀਦਾ ਉਹਦੇ ਵਿੱਚ। ਸੋ ਇਸ ਕਰਕੇ ਜੇ ਤਰੁੱਟੀਆਂ ਨੇ, ਘਾਟਾਂ ਨੇ, ਉਹਨਾਂ ਨੂੰ ਦੂਰ ਵੀ ਕਰਨਾ ਚਾਹੀਦਾ। ਤੁਸੀਂ ਸਿੱਖ ਨੁਮਾਇੰਦੇ ਚੁਣਨੇ ਨੇ, ਤੁਸੀਂ ਸਿੱਖਾਂ ਨੂੰ ਤਾਂ ਪੁੱਛਦੇ ਨਹੀਂ ਜੀ। ਤੁਸੀਂ ਜਦੋਂ ਸਾਰਾ ਹਾਈ ਕਮਾਂਡ ਨੇ ਆਪਦੇ ਹੱਥ 'ਚ ਲੈ ਲਿਆ, ਹੁਣ ਸ਼੍ਰੋਮਣੀ ਕਮੇਟੀ ਦੀ ਚੋਣ ਆਉਣੀ ਆ, ਹੁਣ ਕਿਵੇਂ ਹੋਣਗੇ ਜੀ? ਕਿਵੇਂ ਬੰਦੇ ਚੁਣੇ ਜਾਣਗੇ? ਤੁਸੀਂ ਸਿੱਖਾਂ ਨੂੰ ਕਹੋ ਵੀ ਹਰ ਇੱਕ ਹਲਕੇ ਦੇ ਸਿੱਖ ਆ ਜਿਹੜੇ ਉਹ ਆਪਦਾ ਇਕੱਠ ਕਰਨ, ਉਹਨਾਂ ਤੋਂ ਜਿਹੜੇ ਬੰਦੇ ਸ਼੍ਰੋਮਣੀ ਕਮੇਟੀ ਦੀ ਚੋਣ ਲੜਨ ਦੇ ਯੋਗ ਨੇ, 1 ਨੇ 2 ਨੇ 3 ਨੇ, ਉਹਨਾਂ ਦਾ ਪੈਨਲ ਭੇਜੋ। ਗਾਹ ਜਿਹੜੀ ਜਿਹੜੀ ਪਾਰਟੀ ਉਹਨਾਂ ਨੂੰ ਲੜਾਉਣਾ ਚਾਹੁੰਦੀ ਉਹਨਾਂ ਦੇ ਵਿੱਚੋਂ ਚੋਣ ਕਰ ਲੈ। ਜਦੋਂ ਤੁਸੀਂ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਕਰੀ ਜਾਂਦੇ ਹੋ, ਸਿੱਖਾਂ ਨੂੰ ਇਲੈਕਸ਼ਨ ਦੇ ਵਿੱਚ ਉਹਨਾਂ ਦੀ ਸੱਦ ਪੁੱਛ ਹੋਵੇ ਉਹ ਤੋਂ ਦੂਰ ਕਰੀ ਜਾਂਦੇ ਹੋ, ਫਿਰ ਤੁਸੀਂ ਇਹਨਾਂ ਨੂੰ ਦੂਜੀਆਂ ਚੋਣਾਂ ਵਾਂਗੂ ਲੜਦੇ ਹੋ, ਤਾਂ ਉਹਨਾਂ ਦਾ ਹਰ ਤਾਂ ਫਿਰ ਆਉਣੀ ਜੀ ਉਹਨਾਂ ਦੇ ਸਾਹਮਣੇ। ਇਸੇ ਲਈ ਸਿੱਖਾਂ ਲਈ ਸਭ ਤੋਂ ਫਿਕਰਮੰਦੀ ਦੀ ਗੱਲ ਆ, ਜਿਹਦੇ ਪ੍ਰਤੀ ਉਹਨਾਂ ਨੂੰ ਗੰਭੀਰ ਹੋਣ ਦੀ ਲੋੜ ਆ, ਕਦਮ ਲੈਣ ਦੀ ਲੋੜ ਆ, ਪ੍ਰੈਕਟੀਕਲੀ ਅਮਲੀ ਤੌਰ ਤੇ ਇਹੋ ਜਿਹੇ ਕਦਮ ਲੈਣ ਦੀ ਲੋੜ ਆ, ਤਾਂ ਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਉਹੀ ਨੁਮਾਇੰਦੇ ਪਹੁੰਚ ਸਕਣ ਜਿਹੜੇ ਸੱਚੀ ਮੁੱਚੀ ਗੁਰਦੁਆਰਿਆਂ ਦੀ ਸੇਵਾ ਸੰਭਾਲ, ਸਿੱਖੀ ਦਾ ਪ੍ਰਚਾਰ ਪ੍ਰਸਾਰ ਤੇ ਜਿੰਨੀ ਚਾਹੇ ਉਹ ਵਿਦਿਅਕ ਅਦਾਰੇ ਨੇ ਜਾਂ ਹੋਰ ਸਹਾਇਤਾ, ਉਹ ਲੋੜਵੰਦਾਂ ਤੱਕ ਪਹੁੰਚਾਉਣ। ਜਿੰਨਾ ਜਿਹਨੂੰ ਆਪਾਂ ਕਹਿ ਦਈਏ ਠੀਕ ਹੈ, ਬਹੁਤ ਕੁਝ ਕਰ ਰਹੀ ਹੈ ਸ਼੍ਰੋਮਣੀ ਕਮੇਟੀ, ਬਹੁਤ ਵਿਦਿਅਕ ਸੰਸਥਾਵਾਂ ਨੇ, ਪਰ ਉਹਨਾਂ ਦੇ ਵਿੱਚ ਜਿਹੜਾ ਸਿੱਖੀ ਸਿਧਾਂਤ ਵਾਲਾ ਮਾਡਲ ਆ ਉਹਨੂੰ ਲਾਗੂ ਕਰਨ ਲਈ ਵੀ ਯਤਨਸ਼ੀਲ ਹੋਣਾ ਚਾਹੀਦਾ। ਮਤਲਬ ਇਹ ਨਹੀਂ ਵੀ ਜਿਵੇਂ 100 ਘੋੜਾ ਸਰਕਾਰ ਦਾ ਉੱਥੇ ਟੱਟੂ ਯਾਰ ਦਾ। ਜਿਹੜੀ ਅਸੀਂ ਸਿੱਖਾਂ ਦੀ ਵਿਲੱਖਣ ਹੋਂਦ ਦੀ ਗੱਲ ਕਰਦੇ ਆ, ਸਿਧਾਂਤ ਦੀ ਗੱਲ ਕਰਦੇ ਆ, ਉਹ ਤੁਹਾਡੇ ਅਮਲਾਂ ਦੇ ਵਿੱਚੋਂ ਵੀ ਪ੍ਰਗਟ ਹੋਣੀ ਚਾਹੀਦੀ ਆ, ਜਿਹਦੀ ਹੁਣ ਘਾਟ ਬਹੁਤ ਰੜਕ ਰਹੀ ਹੈ ਜੀ। ਜਿਸ ਤਰ੍ਹਾਂ ਕਿ ਤੁਸੀਂ ਖੁਲਾਸਾ ਕੀਤਾ ਹੈ ਜਾਂ ਤੁਸੀਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਨੂੰ ਲੈ ਕੇ ਹੀ ਜਾਂ ਗੁਰਮਰਿਆਦਾ ਨੂੰ ਲੈ ਕੇ ਹੀ ਬਹੁਤ ਭੰਬਲ ਭੂਸਾ ਪੈਦਾ ਕੀਤਾ ਜਾ ਰਿਹਾ ਹੈ, ਤੇ ਆਪਾਂ ਮੁੜ ਕੇ ਫਿਰ ਪ੍ਰਚਾਰ ਤੇ ਆਉਨੇ ਆ ਕਿ ਗੁਰਦੁਆਰਿਆਂ ਦੀ ਸਾਂਭ ਸੰਭਾਲ, ਗੁਰੂ ਘਰਾਂ ਦੀ ਸਾਂਭ ਸੰਭਾਲ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖੀ ਦਾ ਪ੍ਰਚਾਰ ਵੀ ਕਰਨਾ ਹੁੰਦਾ ਹੈ, ਅਤੇ ਗੁਰੂ ਸਾਹਿਬ ਨੇ ਜਾਤ ਪਾਤ ਤੇ ਹੋਰ ਬੜਾ ਕੁਝ ਖਤਮ ਕਰਨ ਲਈ, ਊਚ ਨੀਚ ਖਤਮ ਕਰਨ ਲਈ, ਜਾਤ ਪਾਤ ਖਤਮ ਕਰਨ ਲਈ, ਜਾਂ ਇੱਕ ਸਮਰੱਥ ਮਨੁੱਖ ਕੀ ਵੱਧ ਪੈਸੇ ਵਾਲਾ ਕੀ ਘੱਟ ਪੈਸੇ ਵਾਲਾ ਸਾਰਿਆਂ ਨੂੰ ਬਰਾਬਰ ਮੰਨਿਆ, ਤੇ ਕੀ ਜਿਹੋ ਜਿਹਾ ਸਿੱਖੀ ਦਾ ਪ੍ਰਚਾਰ ਹੋ ਰਿਹਾ ਜਾਂ ਜਿਹੋ ਜਿਹਾ ਜਿਹਦੇ ਜਵਾਬ ਵਿੱਚ ਜਿਹੋ ਜਿਹੇ ਇੱਕ ਸਮਾਜਿਕ ਪ੍ਰਬੰਧ
ਨੂੰ ਰੱਦ ਕਰਕੇ ਸਿੱਖੀ ਦਾ ਆਗਾਜ਼ ਹੋਇਆ ਸੀ। ਗੁਰੂ ਨਾਨਕ ਦੇਵ ਜੀ ਨੇ ਜਿਸ ਤਰ੍ਹਾਂ ਦੇ ਵਹਿਮਾਂ ਭਰਮਾਂ ਦਾ ਖੰਡਨ ਕਰਕੇ ਇਹ ਇੱਕ ਜਿਉਣ ਵਿਧਾ ਲੋਕਾਂ ਨੂੰ ਦਿੱਤੀ ਸੀ, ਸਿੱਖੀ ਇੱਕ ਵਡਭਾਗੀ ਸਿੱਖੀ ਦਿੱਤੀ ਸੀ, ਤੇ ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਉਹ ਸਾਰਾ ਕੁਝ ਫੋਲੋ ਹੋ ਰਿਹਾ? ਜਿਵੇਂ ਪਿੰਡਾਂ ਵਿੱਚ ਅੱਡ-ਅੱਡ ਫਿਰਕਿਆਂ ਦੇ ਗੁਰਦੁਆਰੇ ਨੇ, ਅੱਡ-ਅੱਡ ਉਹਨਾਂ ਦੇ ਸ਼ਮਸ਼ਾਨ ਘਾਟ ਵੀ ਅੱਡ-ਅੱਡ ਹੋਈ ਜਾਂਦੇ ਨੇ, ਚਾਹੇ ਉਹ ਸਿੱਖ ਵੀ ਉਹਨਾਂ ਵਿੱਚ ਸ਼ਾਮਲ ਨੇ, ਤੇ ਜ਼ਾਤ-ਪਾਤ, ਊਚ ਨੀਚ ਸਭ ਕੁਝ ਉਸ ਤਰ੍ਹਾਂ ਹੀ ਹੈ। ਤੇ ਸਭ ਤੋਂ ਵੱਡੀ ਗੱਲ ਕਿ ਬਦ ਇਖਲਾਕੀ ਸਿੱਖੀ ਇੱਕ ਸਿੱਖ ਲਈ ਵਰਜਿਤ ਹੈ, ਰਹਿਤ ਮਰਿਆਦਾ ਉਹਨੂੰ ਦਾ ਪਾਲਣ ਕਰਨ ਲਈ ਗਿਆ। ਬਦ ਇਖਲਾਕੀ ਤੇ ਕਰਪਸ਼ਨ, ਭ੍ਰਿਸ਼ਟਾਚਾਰ, ਪੈਸੇ ਦਾ ਹਰ ਪੱਖੋਂ ਕਿਰਦਾਰ ਦਾ ਭ੍ਰਿਸ਼ਟਾਚਾਰ, ਕੀ ਇਹ ਸਾਰਾ ਕੁਝ ਦਾ ਪ੍ਰਚਾਰ ਸ਼੍ਰੋਮਣੀ ਕਮੇਟੀ ਕਰਨ 'ਚ ਸਫਲ ਰਹੀ ਹੈ? ਦੇਖੋ, ਸ਼੍ਰੋਮਣੀ ਕਮੇਟੀ ਨੇ ਬਹੁਤ ਚੰਗੇ ਕੰਮ ਕੀਤੇ ਨੇ, ਇਹ 'ਚ ਕੋਈ ਦੋ ਰਾਵਾਂ ਨਹੀਂ, ਪਰ ਗੰਭੀਰ ਊਣਤਾਈਆਂ ਵੀ ਨੇ। ਜਿਵੇਂ ਤੁਸੀਂ ਜਾਤ ਪਾਤ ਦੀ ਗੱਲ ਕੀਤੀ ਆ, ਸਭ ਤੋਂ ਪਹਿਲੀ ਗੱਲ ਤਾਂ ਸਪਸ਼ਟ ਹੋਣੀ ਚਾਹੀਦੀ ਆ, ਜਿਹੜਾ ਵਰਨ ਆਸ਼ਰਮ ਆ ਉਹ ਸਿੱਖੀ ਦੇ ਵਿੱਚ ਪ੍ਰਵਾਨ ਨਹੀਂ, ਸਿੱਖੀ ਸਮਾਜ ਦੇ ਵਿੱਚ ਵੀ ਪ੍ਰਵਾਨ ਨਹੀਂ। ਸਿੱਖੀ ਦੇ ਵਿੱਚ ਜਾਤ ਪਾਤ ਦਾ ਸਵਾਲ ਹੈਗਾ, ਕਿਉਂਕਿ ਗੁਰੂ ਸਾਹਿਬਾਨ ਵੇਲੇ ਵੀ ਇਹ ਸਵਾਲ ਹੈਗੇ ਸੀ, ਉਦੋਂ ਖਾਲਸਾ ਪੰਥ ਵੀ ਸਾਜਿਆ, ਇਹ ਗੱਲਾਂ ਵੀ ਉਹਨਾਂ ਨੇ ਕੀਤੀਆਂ, ਜਿਹਦੇ ਕਰਕੇ ਤੁਸੀਂ ਦੇਖੋ ਜਾਤ ਪਾਤ ਦਾ ਮਸਲਾ ਸਿੱਖਾਂ ਦੇ ਅੰਦਰ ਬਿਲਕੁਲ ਹੋਰ ਤਰ੍ਹਾਂ ਦਾ, ਹਿੰਦੂ ਸਮਾਜ ਦੇ ਵਿੱਚ ਬਿਲਕੁਲ ਹੋਰ ਤਰ੍ਹਾਂ ਦਾ, ਪੰਜਾਬ ਦੇ ਵਿੱਚ ਤੇ ਬਾਕੀ ਦੇਸ਼ ਦੇ ਵਿੱਚ ਤੁਸੀਂ ਦੇਖੋਗੇ ਬਹੁਤ ਵੱਡਾ ਫਰਕ ਆ। ਪਰ ਇਹ ਜਿਹੜੇ ਵਖਰੇਵੇਂ ਨੇ, ਇਹ ਵਖਰੇਵੇਂ ਨੇ ਜਿਹੜੇ ਸਿੱਖ ਸਿਧਾਂਤਾਂ ਨੂੰ ਬੁਲੰਦ ਕਰਕੇ ਹੀ ਦੂਰ ਹੋ ਸਕਦੇ ਨੇ। ਜਿਵੇਂ ਤੁਸੀਂ ਕਿਹਾ, ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਉਹ ਇਹ ਕਹੇ ਵੀ ਗੁਰਦੁਆਰੇ ਜਾਤ ਪਾਤ ਦੇ ਆਧਾਰ ਤੇ ਨਹੀਂ ਉਸਰਨੇ ਚਾਹੀਦੇ। ਜਿਵੇਂ ਡਾਕਟਰ ਧਰਮਵੀਰ ਗਾਂਧੀ ਆ ਜੀ, ਉਹ MP ਸੀ, ਉਹਨੇ ਇੱਕ ਨੁਕਤਾ ਚੰਗਾ ਫੜਿਆ ਵੀ ਜਿਹੜੇ ਪਿੰਡ 'ਚ ਸਾਂਝਾ ਸ਼ਮਸ਼ਾਨ ਘਾਟ ਹੋਊ, ਮੈਂ ਗ੍ਰਾਂਟ ਉਹਨੂੰ ਦਊਂ। ਮੇਰੇ ਸਹੀ ਅੰਕੜਾ ਯਾਦ ਨਹੀਂ, 132 ਪਿੰਡਾਂ 'ਚ ਸਾਂਝੇ ਸ਼ਮਸ਼ਾਨ ਘਾਟ ਹੋ ਗਏ। ਮਤਲਬ ਸਿੱਖੀ ਦੇ ਵਿੱਚ ਵੱਖਰੇ ਸ਼ਮਸ਼ਾਨ ਘਾਟਾਂ ਦੀ ਤਾਂ ਕੋਈ ਅੱਗੇ ਨਹੀਂ। ਇਹ ਹੋ ਸਕਦਾ ਵੀ ਇੱਕ ਵੱਖਰੇ ਗੁਰਦੁਆਰਿਆਂ ਦੀ ਕੋਈ ਅੱਗੇ ਨਹੀਂ, ਜਾਤ ਪਾਤ ਤੇ ਗੁਰਦਿਆਂ ਨੇ। ਸ਼੍ਰੋਮਣੀ ਕਮੇਟੀ ਇਹ ਫੈਸਲਾ ਕਰ ਸਕਦੀ ਹੈ, ਕਰਨਾ ਚਾਹੀਦਾ ਵੀ ਜਿੱਥੇ ਇੱਕ ਪਿੰਡ ਦੇ ਵਿੱਚ ਇੱਕ ਤੋਂ ਵੱਧ ਗੁਰਦੁਆਰੇ ਦੇ ਨੇ, ਅਸੀਂ ਨਹੀਂ ਗ੍ਰਾਂਟਾਂ ਦੇਵਾਂਗੇ ਉਹਨਾਂ ਨੂੰ। ਅਸੀਂ ਗੁਰਦੁਆਰੇ ਜਾਤ ਪਾਤ ਦੇ ਜਿੱਥੇ ਉਧਾਰ ਤੇ ਅਸੀਂ ਉਹਨਾਂ ਨੂੰ ਨਹੀਂ ਸਹਾਇਤਾ ਦੇਵਾਂਗੇ। ਉਹਨਾਂ ਨੂੰ ਪ੍ਰੇਰਨਾ ਕਰਨੀ ਚਾਹੀਦੀ ਹੈ ਵੀ ਇੱਕ ਗੁਰਦੁਆਰਾ ਹੋਣਾ ਚਾਹੀਦਾ। ਹਾਂ, ਪਰ ਜੇ ਕਿਤੇ ਆਬਾਦੀ ਵੱਡੀ ਆ, ਉੱਥੇ ਇੱਕ ਤੋਂ ਵੱਧ ਵੀ ਗੁਰਦੁਆਰਾ ਸਾਹਿਬ ਹੋ ਸਕਦੇ ਆ, ਇੱਕ ਤੋਂ ਵੱਧ ਸ਼ਮਸ਼ਾਨ ਘਾਟ ਵੀ ਹੋ ਸਕਦੇ ਆ, ਪਰ ਉਹ ਜਾਤ ਪਾਤ ਉੱਚ ਨੀਚ ਦੇ ਆਧਾਰ ਤੇ ਨਹੀਂ ਹੋਣੇ ਚਾਹੀਦੇ। ਇੰਨੀਆਂ ਜਿਹੀਆਂ ਗੱਲਾਂ ਨੇ ਜਿਹੜੀਆਂ ਇਹ ਅਕਾਲ ਤਖਤ ਸਾਹਿਬ ਵੱਲੋਂ, ਜਥੇਦਾਰਾਂ ਵੱਲੋਂ ਵਿਚਾਰਨੀਆਂ ਚਾਹੀਦੀਆਂ ਨੇ। ਸਿੱਖ ਪੰਥ ਨੂੰ ਪ੍ਰੇਰਨਾ ਚਾਹੀਦਾ। ਤੇ ਜਿਹੜਾ ਇਹ ਤੇ ਪੈਸੇ ਦਾ ਬੋਲਬਾਲਾ ਹੋ ਗਿਆ ਨਾ ਜੀ, ਵੀ ਆਪਣਾ ਗੁਰਦੁਆਰਾ, ਤੁਸੀਂ ਇੱਕ ਬੜੀ ਵੱਡੀ ਮਾੜੀ ਗੱਲ ਆ ਵੀ ਗੁਰਦੁਆਰੇ ਆਪੋ ਆਪਣੇ ਖੋਲਣ ਲੱਗੇ। ਮੇਰੇ ਯਾਦ ਆ ਟੋੜਾ ਸਾਹਿਬ ਕਹਿੰਦੇ, ਇੱਕ ਵਾਰ ਮੈਂ ਗਿਆ ਕੈਨੇਡਾ ਜਾਂ USA, ਕਹਿੰਦੇ ਮੈਂ ਉਹਨਾਂ ਨੂੰ ਕਿਸੇ ਨੂੰ ਪੁੱਛਿਆ ਵੀ ਆਪਾਂ ਗੁਰਦੁਆਰਾ ਸਾਹਿਬ ਇੱਥੇ ਹੈਗਾ ਸੀ, ਕੀ ਗਿਆ? ਉਹ ਕਹਿੰਦੇ ਜੇ ਚੱਲਿਆ ਨਹੀਂ, ਬੰਦ ਕਰਤਾ ਆਪਾਂ। ਜਦੋਂ ਤੁਸੀਂ ਗੁਰਦੁਆਰੇ ਨੂੰ ਧਰਮਸਾਲ, ਘਰ ਘਰ ਅੰਦਰ ਧਰਮਸਾਲ, ਉਦੋਂ ਬਾਅਦ ਅਸੀਂ ਗੁਰਦੁਆਰਾ ਕਹਿਣ ਲੱਗੇ, ਫਿਰ ਅਸੀਂ ਗੁਰੂ ਘਰ ਕਹਿਣ ਲੱਗੇ। ਜਦੋਂ ਕੋਈ ਸ਼ਬਦ ਬਦਲਦਾ ਨਾ ਜੀ, ਉਦੋਂ ਪਹੁੰਚਾਂ ਵੀ ਬਦਲਦੀਆਂ ਨੇ। ਇਸ ਕਰਕੇ ਇਹ ਜਿਹੜੇ ਤੁਸੀਂ ਮਾਮਲੇ ਕਹਿੰਦੇ ਹੋ, ਇਹਨਾਂ ਨੂੰ ਸਾਰਿਆਂ ਨੂੰ ਰਲ ਕੇ ਜਦੋਂ ਬਰਾਬਰੀ ਹੈ, ਲਗਾਤਾਰ ਇੱਕ ਲੜਾਈ ਦੀ ਲੋੜ ਆ। ਇਹ ਲੜਾਈ ਦੂਰ ਤਾਂ ਹੋਗੀ ਜੇ ਤੁਸੀਂ ਸਾਂਝੇ ਮਨੋਰਥਾਂ ਲਈ, ਸਾਂਝੇ ਸਰੋਕਾਰਾਂ ਲਈ, ਮਨੁੱਖਤਾ ਦੀ ਸਾਂਝੀ ਭਲਾਈ ਲਈ ਉਸ ਸੰਘਰਸ਼ ਦੇ ਵਿੱਚ ਇਕੱਠੇ ਹੋਵੋਗੇ ਤੁਸੀਂ। ਉਹਦੇ ਨਾਲ ਹੀ ਅਸਲ 'ਚ ਇਹਨਾਂ ਦਾ ਬੁਨਿਆਦੀ ਤੌਰ ਤੇ ਹੱਲ ਹੋਣਾ, ਉਹਨਾਂ ਸਿਧਾਂਤਾਂ ਨੂੰ ਬੁਲੰਦ ਕਰਕੇ। ਸੋ ਇਸ ਕਰਕੇ ਸਿੱਖੀ ਦੇ ਵਿੱਚ ਜਿਹੜੇ ਬ੍ਰਾਹਮਣਵਾਦੀ ਕੋਈ ਧਾਈਆਂ ਹੋਈਆਂ ਨੇ, ਜੱਟਵਾਦ, ਸਿੱਖੀ ਦੇ ਅੰਦਰ ਜੱਟਵਾਦ ਦੀ ਕੋਈ ਥਾਂ ਨਹੀਂ। ਇਹ ਬ੍ਰਾਹਮਣਵਾਦ ਦੀ ਨਵਾਂ ਰੂਪ ਆ। ਅਸੀਂ ਨੂੰ ਹਕੀਕਤ ਮੰਨ ਰਹੇ ਹਾਂ, ਇਹ ਹਕੀਕਤ ਨਹੀਂ ਹੈਗਾ। ਸੋ ਇਸ ਕਰਕੇ ਸਿੱਖੀ ਨੂੰ ਜਿਹੜਾ ਮਾਨਸਿਕੀ ਜਾਤ ਸਭੇ ਇੱਕੇ ਪਹਿਚਾਨ ਬੋ, ਜਦੋਂ ਅਸੀਂ ਉਹਦੀ ਗੱਲ ਕਰਦੇ ਹਾਂ, ਸਿੱਖੀ ਦੀ ਆਪਦੀ ਪਹਿਚਾਨ ਵੀ ਆ। ਆਪਾਂ ਨਾਨਕ ਪੰਥੀ ਦੀ ਵੀ ਗੱਲ ਕਰਦੇ ਆ, ਪੰਥ ਖਾਲਸੇ ਦੀ ਵੀ ਗੱਲ ਕਰਦੇ ਆ, ਸਰਬੱਤ ਦੇ ਭਲੇ ਦੀ ਵੀ ਗੱਲ ਕਰਦੇ ਆ। ਅਸੀਂ ਇਹ ਵੀ ਕਹਿੰਦੇ ਆ, ਨਾ ਕੋ ਵੈਰੀ ਨਹੀਂ ਬਗਾਨਾ, ਸਗਲ ਸੰਗ ਹਮ ਕੋ ਬਣਾਈ। ਸੋ ਜਦੋਂ ਤੱਕ ਤੁਸੀਂ ਖੁਦ ਸਿੱਖੀ ਸਿਧਾਂਤਾਂ ਦੇ ਵਿੱਚ ਸਿੱਖੀ ਨੂੰ ਆਪਣੀ ਜੀਵਨ ਜਾਂਚ ਬਣਾਉਣ ਵੱਲ ਨਹੀਂ ਤੁਰਦੇ, ਨਾਲ ਦੀ ਨਾਲ ਤੁਸੀਂ ਸਮਾਜ ਦੇ ਵਿੱਚ ਜਿਹੜੇ ਆਲੇ ਦੁਆਲੇ ਸਾਡੇ ਸਮਾਜ 'ਚ ਜਾਂ ਹੋਰ ਸਮਾਜ 'ਚ ਨੇ, ਉਹਨਾਂ ਦੇ ਖਿਲਾਫ ਲੜਾਈ ਨਹੀਂ ਲੜਦੇ। ਦੋ ਧਾਰੀ ਲੜਾਈ ਆ। ਇਹ ਜਦੋਂ ਤੱਕ ਅਸੀਂ ਸ਼ੁਰੂ ਨਹੀਂ ਕਰਦੇ ਨਾ ਜੀ, ਉਦੋਂ ਤੱਕ ਇਹ ਜਿਹੜੇ ਸਾਡੇ 'ਚ ਜਿਹਨੂੰ ਆਪਾਂ ਵਿਪਰ ਸੰਸਕਾਰ ਫੈਲ ਰਹੇ ਨੇ, ਇਹਨਾਂ ਨੂੰ ਸਮਝਣਾ ਵੀ ਜ਼ਰੂਰੀ ਆ, ਰੋਕਣਾ ਵੀ ਜ਼ਰੂਰੀ ਆ, ਖਤਮ ਕਰਨਾ ਵੀ ਜ਼ਰੂਰੀ ਆ। ਇਹਨੂੰ ਗੰਭੀਰਤਾ ਨਾਲ ਸਭ ਨੂੰ ਲੈਣ ਦੀ ਲੋੜ ਆ ਜੀ। ਜਿਸ ਤਰ੍ਹਾਂ ਪਿੱਛੇ ਜੇ ਇੱਕ ਵਿਦੇਸ਼ ਦੇ ਹੀ ਕੋਈ ਮੈਟਰੀਮੋਨੀਅਲ ਕਿਸੇ ਪੰਜਾਬੀ ਅਖਬਾਰ ਵਿੱਚ ਛਪਿਆ ਸੀ, ਜਿਹਦੇ ਵਿੱਚ ਇਹ ਜ਼ਿਕਰ ਕੀਤਾ ਗਿਆ ਸੀ ਕਿ ਲੜਕੇ ਦੇ ਪਿਤਾ ਦਾ ਆਪਣਾ ਗੁਰਦੁਆਰਾ ਹੈ। ਇੱਕ ਗੱਲ, ਯਾਨੀ ਕਿ ਕਮਾਈ ਦਾ ਇੱਕ ਬਹੁਤ ਵੱਡਾ ਸਾਧਨ ਹੈ। ਤੇ ਦੂਸਰੀ ਗੱਲ, ਮੈਂ ਨਾਲੇ ਦੂਸਰਾ ਵੀ ਸਵਾਲ ਨਾਲ ਹੀ ਬੋਲ ਦੇਣਾ ਚਾਹੁੰਦੀ ਹਾਂ ਕਿ ਜਿਸ ਤਰ੍ਹਾਂ ਆਖਿਆ ਜਾਂਦਾ ਕਿ ਸਿੱਖੀ ਦਸਵੰਧ ਕੱਢਣ ਲਈ
ਕਿਰਤ ਕਰਕੇ ਵੰਡ ਕੇ ਛਕਣ ਦੀ ਬਾਤ ਪਾਉਂਦੀ ਹੈ ਤੇ ਸਰਬੱਤ ਦਾ ਭਲਾ ਮੰਗਦੇ ਨੇ ਸਿੱਖ। ਅਰਦਾਸ ਵਿੱਚ ਹਰ ਰੋਜ਼ ਸਰਬੱਤ ਦਾ ਭਲਾ ਮੰਗਦੇ ਨੇ ਤੇ ਇਸ ਤਰ੍ਹਾਂ ਸ਼੍ਰੋਮਣੀ ਕਮੇਟੀ ਪਰਉਪਕਾਰ ਦੇ ਕੰਮ ਵੀ ਕਰਦੀ ਹੈ ਤੇ ਉਹਦੇ ਰਾਹੀਂ ਹੋਰ ਤੁਸੀਂ ਕੀ ਸੁਝਾਅ ਦਿਓਗੇ ਕਿ ਸ਼੍ਰੋਮਣੀ ਕਮੇਟੀ ਕੀ ਕਰੇ? ਦੇਖੋ, ਸਭ ਤੋਂ ਵੱਡੀ ਤਾਂ ਗੱਲ ਇਹ ਆ, ਹੁਣ ਕਈ ਬੰਦੇ ਤਾਂ ਸਿੱਖੀ ਦੇ ਵਿੱਚ ਠੀਕ ਆ ਕੁਰੀਤੀਆਂ ਨੇ ਜਾਂ ਗਲਤੀਆਂ ਹੁੰਦੀਆਂ ਨੇ, ਉਹ ਤੋਂ ਇਹ ਸਿੱਟਾ ਕੱਢ ਲੈਂਦੇ ਨੇ ਗੁਰੂ ਦੀ ਗੋਲਕ 'ਚ ਨਾ ਪੈਸੇ ਪਾਓ ਜੀ। ਗੁਰੂ ਦੀ ਗੋਲਕ 'ਚ ਪੈਸੇ ਕਿਉਂ ਨਾ ਪਾਓ ਜੀ? ਗੁਰੂ ਦੀ ਗੋਲਕ ਨਾਲ ਲੰਗਰ ਚੱਲਦੇ ਨੇ, ਹਸਪਤਾਲ ਚੱਲਦੇ ਨੇ, ਵਿਦਿਅਕ ਸੰਸਥਾਵਾਂ ਚੱਲਦੀਆਂ ਨੇ, ਬਹੁਤ ਸਾਰੇ ਲੋਕਾਂ ਨੂੰ ਸਹਾਇਤਾ ਵੀ ਦਿੱਤੀ ਜਾਂਦੀ ਆ, ਬਹੁਤ ਸਾਰੀਆਂ ਸਕੀਮਾਂ ਵੀ ਚੱਲਦੀਆਂ ਨੇ। ਪਰ ਇਹ ਪੈਸੇ ਦੀ ਸਦਵਰਤੋਂ ਕਿਵੇਂ ਹੋਵੇ, ਇਹ 'ਚ ਪਾਰਦਰਸ਼ਤਾ ਕਿਵੇਂ ਹੋਵੇ, ਇਹ ਸਵਾਲ ਨੂੰ ਬਹੁਤ ਗੰਭੀਰਤਾ ਨਾਲ ਲੈਣ ਦੀ ਲੋੜ ਆ। ਤੇ ਜਦੋਂ ਤੁਹਾਡੇ ਸਾਹਮਣੇ ਗੱਲਾਂ ਆ ਰਹੀਆਂ ਨੇ ਜੀ ਵੀ ਇੱਕ ਸੀਏ ਆ ਜਿਹੜਾ ਹੁਣ ਤਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਜਦੋਂ ਸਰੂਪਾਂ ਦੀ ਜਾਂਚ ਕੀਤੀ, ਉਹਦੇ ਵਿੱਚ ਆਹ ਨੁਕਤਾ ਵੀ ਕੱਢ ਲਿਆਂਦਾ ਨਾ ਜੀ ਵੀ 10 ਕਰੋੜ ਰੁਪਈਆ ਇੱਕ ਬੰਦਾ ਲੈਂਦਾ, ਕੰਮ ਕੀਤਾ ਉਹਨੇ 2.5 ਕਰੋੜ ਦਾ, ਐਲਾਨ ਕੀਤਾ ਵੀ 7.5 ਕਰੋੜ ਰੁਪਇਆ ਵਾਪਸ ਲਓ, ਤੇ ਉਹੀ ਬੰਦਾ ਜਿਹੜਾ ਕੰਮ ਬਾਦਲਾਂ ਦਾ ਸਾਰਾ ਸੀਏ ਦਾ ਕਰ ਰਿਹਾ, ਕੋਹਲੀ ਐਂਡ ਕੰਪਨੀ, ਉਹੀ ਪੀਟੀਸੀ ਆ ਜਿਹੜਾ ਉਹ ਕਾਬਜ ਹੋਇਆ ਪਰਦਾ ਜੀ ਗੁਰਬਾਣੀ ਦੇ ਪ੍ਰਚਾਰ 'ਚ, ਉਹ ਕਰੋੜਾਂ ਰੁਪਏ ਜਮ੍ਹਾਂ ਕਰਾਉਂਦਾ ਕਿ ਨਹੀਂ ਕਰਾਉਂਦਾ, ਕਿਵੇਂ ਕਰਾਉਂਦਾ ਤੇ ਉਹ ਕਿੰਨੇ ਪੈਸੇ ਕਮਾਉਂਦਾ। ਜਦੋਂ ਤੱਕ ਗੁਰਬਾਣੀ ਦਾ ਜਿਹੜਾ ਧਰਮ ਪ੍ਰਚਾਰ ਆ ਉਹਨੂੰ ਤੁਸੀਂ ਵਪਾਰਕ ਖਾਤੇ 'ਚੋਂ ਬਾਹਰ ਨਹੀਂ ਕੱਢਦੇ, ਉਦੋਂ ਤੱਕ ਇਹਨਾਂ ਦੀਆਂ ਜਿਹੜੀਆਂ ਕੁਰੇਤਾਂ ਨੇ ਰੁਕ ਨਹੀਂ ਸਕਦੀਆਂ। ਜਦੋਂ ਤੱਕ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨੇ ਉਹਨਾਂ ਦੇ ਵਿੱਚ ਠੀਕ ਆ, ਉਹਨਾਂ ਨੂੰ ਤਨਖਾਹ ਦੀ ਲੋੜ ਆ, ਸਹਾਇਤਾ ਦੀ ਲੋੜ ਆ, ਉਹਨਾਂ ਦੇ ਬਾਲ ਬੱਚੇ ਨੇ, ਬਿਲਕੁਲ ਠੀਕ ਆ, ਪਰ ਉਹਨਾਂ ਦੇ ਵਿੱਚੋਂ ਜਿਹੜਾ ਧਰਮ ਪ੍ਰਚਾਰ ਪ੍ਰਸਾਰ ਦੀ ਗੱਲ ਆ, ਜਿਹੜੀ ਸਿੱਖਾਂ ਦੀਆਂ ਕਦਰਾਂ ਕੀਮਤਾਂ ਨੂੰ ਆਪਣੀ ਜੀਵਨ ਜਾਚ 'ਚ ਬੁਲੰਦ ਕਰਨ ਦੀ ਗੱਲ ਆ, ਉਹ ਭਾਵਨਾ ਮੋਟੀਵੇਸ਼ਨ ਨਹੀਂ ਜਦੋਂ ਤੱਕ ਇਹ ਆਉਂਦੀ ਨਾ ਜੀ, ਉਹ ਲਿਆਉਣ ਖਾਤਰ ਅਸੀਂ ਯਤਨਸ਼ੀਲ ਨਹੀਂ ਹੁੰਦੇ, ਤਾਂ ਇਹ ਕੁਰਾਹੇ ਨੇ ਜਿਹੜੇ ਜਾਂ ਗਲਤੀਆਂ ਨੇ ਇਹਨਾਂ ਨੂੰ ਨੱਥ ਪਾਉਣੀ ਬੜੀ ਮੁਸ਼ਕਲ ਆ। ਮੈਂ ਟੋੜਾ ਸਾਹਿਬ ਨਾਲ ਕੁਛ ਚਿਰ ਕੰਮ ਕਰਦਾ ਰਿਹਾ, ਮੈਂ ਇਹ ਨਹੀਂ ਕਹਿੰਦਾ ਵੀ ਉਦੋਂ ਸਾਰਾ ਕੁਝ ਠੀਕ ਸੀ, ਪਰ ਸਖਤੀ ਬਹੁਤ ਸੀ, ਡੰਡਾ ਬਹੁਤ ਸੀ, ਮਤਲਬ ਫੜੇ ਵੀ ਜਾਂਦੇ ਸੀ, ਸੁਧਾਰੇ ਵੀ ਜਾਂਦੇ ਸੀ। ਹੁਣ ਤਾਂ ਚੋਰ ਤੇ ਕੁੱਤੀ ਸਾਰੀਆਂ ਰਲ ਗਏ ਜੀ, ਰਾਮ ਨਾਮ ਕੀ ਲੂਟ ਹੈ, ਲੂਟ ਸਕੇ ਤਾਂ ਲੂਟ। ਸੋ ਇਹੋ ਜਿਹੀ ਗੱਲ ਬਣੀ ਹੋਈ ਹੈ ਜਿਹੜੀ ਇਹ ਸਾਡੇ ਲਈ ਬੜੀ ਗੰਭੀਰ ਫਿਕਰਮੰਦੀ ਦੀ ਗੱਲ ਆ, ਤੇ ਇਹਦੇ ਇਲਾਜ ਲਈ ਸਿੱਖਾਂ ਨੂੰ ਸਰਗਰਮ ਹੋਣ ਦੀ ਲੋੜ ਆ, ਸਿੱਖਾਂ ਨੂੰ ਚੇਤਨ ਹੋਣ ਦੀ ਲੋੜ ਆ, ਬਿਨਾਂ ਕਿਸੇ ਧੜੇ ਤੋਂ। ਜਿਵੇਂ ਕਹਿੰਦੇ ਪੰਥ ਵਸੇ ਮੈਂ ਉੱਜਣਾ, ਹੁਣ ਜਿਹੜਾ ਧਰਮ ਨਾਲੋਂ ਧੜਾ ਪਿਆਰਿਆਂ ਦੀ ਪਹੁੰਚ ਆਈ ਤਾਂ ਖੇੜਾ ਛਡਾਉਣ ਦੀ ਲੋੜ ਆ, ਧਰਮ ਦੀ ਪਹੁੰਚ ਆ ਜਿਹੜੀ ਉਹ ਅਪਣਾਉਣ ਦੀ ਲੋੜ ਆ ਸਿੱਖਾਂ ਨੂੰ। ਜੇ ਸਿੱਖ ਜਾਗਰੂਕ ਨਾ ਹੋਏ ਤਾਂ ਫਿਰ ਉਹ ਜਿਵੇਂ ਕਹਿੰਦੇ ਅਮਲਗਮੇਟਡ ਫੰਡ ਬਣ ਜਾਣਗੇ, ਵਿਲੱਖਣ ਹੋਂਦ ਆ ਜਿਹੜੀ ਉਹ ਖਤਮ ਹੋ ਜਾਣੀ ਆ। ਸੋ ਸ਼੍ਰੋਮਣੀ ਕਮੇਟੀ ਦੀ ਚੋਣ ਦੇ ਵਿੱਚ ਜੋ ਪਿੱਛੇ ਗਲਤੀਆਂ ਹੋਈਆਂ ਨੇ ਉਹਨਾਂ ਨੂੰ ਸੁਧਾਰਨ ਲਈ ਇੱਕ ਪ੍ਰਬੰਧ ਨੂੰ ਬਦਲਣ ਦੀ ਲੋੜ ਆ, ਨੀਤ ਨੂੰ ਵੀ ਬਦਲਣ ਦੀ ਲੋੜ ਆ, ਨੀਤੀਆਂ ਨੂੰ ਵੀ ਬਦਲਣ ਦੀ ਲੋੜ ਆ, ਫੈਸਲਿਆਂ ਨੂੰ ਵੀ ਬਦਲਣ ਦੀ ਲੋੜ ਆ ਜੀ। ਜਿਸ ਤਰ੍ਹਾਂ ਤੁਸੀਂ ਸਵਾਲ ਉਠਾਇਆ ਕਿ ਹਰਸਿਮਰਤ ਕੌਰ ਬਾਦਲ ਅਤੇ ਬੀਬੀ ਜਗੀਰ ਕੌਰ ਵੋਟ ਪਾਉਣ ਦੇ ਯੋਗ ਨਹੀਂ ਹਨ ਸਿੱਖੀ ਰਹਿਤ ਦੀ ਮਰਿਆਦਾ ਦੇ ਅਨੁਸਾਰ, ਤੇ ਬੀਬੀ ਜਗੀਰ ਕੌਰ ਤਾਂ ਜਿਹੜਾ ਸਿੱਖ ਗੁਰਦੁਆਰਾ ਐਕਟ ਦੇ ਵਿੱਚ ਹੁਣ ਸਿੱਖ ਦੀ ਪਰਿਭਾਸ਼ਾ ਪ੍ਰਵਾਨਿਤ ਹੋਈ ਆ ਉਹਦੇ ਅਨੁਸਾਰ, ਕਿਉਂਕਿ ਹੁਣ ਸਾਬਤ ਸੂਰਤ ਸਿੱਖ ਆ ਜਿਹੜਾ ਉਹੀ ਵੋਟ ਪਾਉਣ ਦੇ ਯੋਗ ਆ। ਨਹੀਂ, ਪਰ ਉਹ ਤਾਂ ਜਥੇਦਾਰ ਵੀ ਰਹਿ ਚੁੱਕੇ ਨੇ ਬੀਬੀ ਜੀ ਤਾਂ। ਨਹੀਂ ਉਹ ਚਲੋ ਠੀਕ ਹੈ ਜੀ, ਕਿਉਂਕਿ ਬਹੁਤ ਕੁਝ ਹੋ ਰਿਹਾ, ਬਹੁਤ ਕੁਝ ਹੋਇਆ। ਮੈਂ ਤਾਂ ਕਹਿੰਦਾ ਚਲੋ ਇੱਕ ਹੋਰ ਸਵਾਲ ਵੀ ਆਉਂਦਾ, ਮਤਲਬ ਜੇ ਇਹ ਜਿਹਾ ਸਵਾਲ ਆ, ਮਤਲਬ ਲੋਕਾਂ ਦੇ ਮਨਾਂ 'ਚ ਉਹਨੂੰ ਡਿਫੈਂਡ ਵੀ ਲੋਕ ਕਰਦੇ ਨੇ ਵੀ ਇੱਕ ਔਰਤ ਦੇ ਨਾਤੇ ਜੇ ਉਹਦੇ ਵਿੱਚ ਚਿਹਰੇ ਤੇ ਇਹੋ ਜਿਹਾ ਕੁਝ ਮਤਲਬ ਕੁਦਰਤੀ ਤੌਰ ਤੇ ਵਾਲ ਆਉਂਦੇ ਹੋਣ ਤਾਂ ਕੀ ਕੀਤਾ ਜਾਵੇ ਜਾਂ ਫਲਾਣਾ, ਉਹਨੂੰ ਡਿਫੈਂਡ ਵੀ ਕੀਤਾ ਜਾਂਦਾ। ਪਰ ਸਿੱਖੀ ਸਿਧਾਂਤਾਂ ਦੇ ਤੌਰ ਤੇ ਕੇਸ ਕਤਲ ਕਰਨ ਦੀ, ਰੋਮ ਕਤਲ ਕਰਨ ਦੀ ਮਨਾਹੀ ਆ। ਸਿੱਖੀ ਸਿਧਾਂਤਾਂ ਦੇ ਅਨੁਸਾਰ ਸਾਬਤ ਸੂਰਤ ਹੋਣਾ ਬਹੁਤ ਜ਼ਰੂਰੀ ਆ। ਸਿੱਖੀ ਸਿਧਾਂਤਾਂ ਦੇ ਅਨੁਸਾਰ ਜਿਹੜੇ ਚੁਣੇ ਜਾਣ ਵਾਲੇ ਨੇ ਉਹਨਾਂ ਦਾ ਅੰਮ੍ਰਿਤਧਾਰੀ ਤੇ ਜੋ ਸਿੱਖ ਰਹਿਤ ਮਰਿਆਦਾ ਉਹਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਆ। ਉਹਦੇ ਵੋਟਰ ਬਣਨ ਲਈ ਵੀ ਇਹ ਧਾਰਾਵਾਂ ਜ਼ਰੂਰੀ ਨੇ। ਉਦੋਂ ਬਾਹਰ ਵੀ ਬਹੁਤ ਸਿੱਖ ਨੇ, ਠੀਕ ਆ, ਸਹਿਜਧਾਰੀ ਸਿੱਖ ਕਹਿ ਲਓ ਤੁਸੀਂ ਉਹਨਾਂ ਨੂੰ ਤੁਸੀਂ ਨਾਨਕ ਪੰਥੀ ਸਿੱਖ ਕਹਿ ਲਓ, ਸਿੰਧੀਆਂ ਦੀ ਗੱਲ ਕਰ ਲਓ, ਉਹਨਾਂ ਦਾ ਆਪਦਾ ਇੱਕ ਰੋਲ ਆ। ਮੈਂ ਤਾਂ ਕਹਿੰਦਾ ਉਹ ਤਾਂ ਸਿੱਖੀ ਨਾਲ ਜੁੜ ਕੇ ਕਹਿੰਦੇ ਆ, ਅਸੀਂ ਤਾਂ ਕਹਿੰਦਾ ਹਿੰਦੂ ਮੁਸਲਮਾਨ ਉਹ ਵੀ ਸਾਡੇ ਲਈ ਸਤਿਕਾਰ ਦੇ ਪਾਤਰ ਨੇ ਜੇ ਮਨੁੱਖਤਾ ਲਈ ਗੱਲ ਕਰਦੇ ਨੇ ਜਾਂ ਸਰਬੱਤ ਦੇ ਭਲੇ ਲਈ ਕੰਮ ਕਰਦੇ ਨੇ। ਸੋ ਇਹ ਗੱਲਾਂ ਸੋਚਣ ਵਾਲੀਆਂ ਹੈਗੀਆਂ ਨੇ। ਵੈਸੇ ਤੁਸੀਂ ਬਹੁਤ ਕੁਝ ਕਹਿ ਚੁੱਕੇ ਹੋ, ਸਾਰੀਆਂ ਗੱਲਾਂ ਸਪਸ਼ਟ ਕਰ ਚੁੱਕੇ ਹੋ, ਪਰ ਆਖਰੀ ਸਵਾਲ ਸਪਸ਼ਟ ਰੂਪ ਵਿੱਚ ਅਸੀਂ ਚਾਹੁੰਦੇ ਹਾਂ ਬੜਾ ਸੰਖੇਪ 'ਚ ਕਿ ਸਿਆਸਤ ਦਾ ਜੋ ਕੁੰਡਾ ਹੈ, ਪ੍ਰਤੱਖ ਹੈ ਕਿ ਜੇਬ 'ਚੋਂ ਪਰਚੀਆਂ ਨਿਕਲਦੀਆਂ ਨੇ SGPC ਦੇ ਮੈਂਬਰਾਂ ਲਈ ਜਾਂ ਹੋਰ ਬੜਾ ਕੁਝ, ਕਿਹੜੇ ਫਾਰਮਾਂ ਤੇ ਬਹਿ ਕੇ ਬਹੁਤ ਕੁਝ ਡਿਸਾਈਡ ਹੋ ਜਾਂਦਾ ਹੈ। ਤੇ ਜੇ ਕੋਈ ਦੂਜੀ ਧਿਰ ਆਉਣਾ ਚਾਹੁੰਦੀ ਹੈ ਤਾਂ ਉਹਨਾਂ ਨੂੰ ਸਿੱਖ ਵਿਰੋਧੀ, ਪੰਥ ਵਿਰੋਧੀ ਕਹਿ ਦਿੱਤਾ ਜਾਂਦਾ ਹੈ, ਤੇ ਪੰਥ ਇੱਕ ਸਿਆਸੀ ਪਾਰਟੀ ਦਾ ਚਿੰਨ੍ਹ ਬਣ ਗਿਆ, ਪੰਥ ਬਨਾਮ ਇੱਕ ਸਿਆਸੀ ਪਾਰਟੀ। ਇਸ ਤਰ੍ਹਾਂ ਦੇ ਜਦੋਂ ਸੰਵਾਦ ਨੈਰੇਟਿਵ ਸਿਰਜ ਦਿੱਤਾ ਗਿਆ ਹੈ ਤਾਂ ਸ਼੍ਰੋਮਣੀ ਕਮੇਟੀ ਸਰਬ ਸਮਰੱਥ, ਸਵੈ ਸਮਰੱਥ ਬਾਡੀ ਕਿਵੇਂ ਬਣੇ? ਸੰਖੇਪ ਵਿੱਚ ਦੇਖੋ ਜੀ, ਜੋ ਵਰਤਾਂਤ ਸਿਰਜਿਆ ਹੋਇਆ ਇਹ ਵਰਤਾਂਤ ਨੂੰ ਬਦਲਣ ਦੀ ਲੋੜ ਆ।
ਇਹ 'ਚ ਕੋਈ ਦੋ ਰਾਵਾਂ ਨਹੀਂ। ਮਤਲਬ ਜੋ ਸਿੱਖੀ ਦੇ ਸੰਕਲਪ ਨੇ ਉਹਨਾਂ ਨੂੰ ਅਚਿਆਉਣ ਦੀ ਲੋੜ ਆ। ਇਹਦੇ ਅਨੁਸਾਰ ਜੇ ਆਪਾਂ ਕਹੀਏ ਸਿੱਖੀ ਸਿਧਾਂਤ ਅਨੁਸਾਰ ਜਿਹੜਾ ਧਰਮ ਆ ਉਹ ਸਾਡੇ ਸਿਰ ਦੀ ਪੱਗ ਆ। ਜਿਹੜੀ ਸਿਆਸਤ ਆ ਉਸ ਧਰਮ ਨੂੰ ਜੀਵਨ ਜਾਚ 'ਚ ਲਾਗੂ ਕਰਨ ਦਾ ਸੰਦ ਆ ਉਹ ਸਾਡੇ ਪੈਰ ਦੀ ਜੁੱਤੀ ਆ। ਇਹਨਾਂ ਨੂੰ ਆਪੋ ਆਪਦੀ ਸਹੀ ਥਾਂ ਤੇ ਲਿਆਉਣਾ ਚਾਹੀਦਾ। ਹੁਣ ਕੀ ਆ ਜਿਹੜੀ ਪ੍ਰਚਲਿਤ ਸਿਆਸਤ ਆ ਜਿਹਦਾ ਸਿੱਖੀ ਨਾਲ ਲੈਣਾ ਦੇਣਾ ਨਹੀਂ ਹੈਗਾ, ਉਹ ਸਿਆਸਤ ਦਾ ਜਿਹੜਾ ਦਬਦਬਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੱਖ ਸੰਸਥਾਵਾਂ ਤੇ, ਉਹ ਸਿਆਸਤ ਦਾ ਦਬਦਬਾ ਤੋੜਨ ਲਈ ਸਿੱਖਾਂ ਨੂੰ ਯਤਨਸ਼ੀਲ ਹੋਣਾ ਚਾਹੀਦਾ। ਸੋ ਆਸ ਹੈ ਕਿ ਸਿੱਖ ਯਤਨਸ਼ੀਲ ਹੋਣਗੇ ਅਤੇ ਕੁਝ ਵਿਸ਼ੇਸ਼ ਘਰਾਣਿਆਂ ਦੇ ਜਿਸ ਤਰ੍ਹਾਂ ਹਰਮੰਦਰ ਸਾਹਿਬ ਵਿੱਚ ਲਗਾਤਾਰ ਪਾਠ ਚੱਲਦੇ ਨੇ ਤੇ ਦੂਜਿਆਂ ਦੀ ਵਾਰੀ ਨਹੀਂ ਆਉਂਦੀ ਤੇ ਇਹ ਪਿਰਤਾਂ ਵੀ ਟੁੱਟਣਗੀਆਂ। ਤੇ ਆਸ ਕਰਦੇ ਹਾਂ ਕਿ ਆਉਂਦੇ ਸਮੇਂ ਵਿੱਚ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਦੇ 100 ਸਾਲ ਪੂਰੇ ਹੋ ਚੱਲੇ ਹਨ ਤੇ ਉਹ ਆਪਣੀਆਂ ਪਹਿਲੀਆਂ ਹੀ ਜੋ ਪਿਰਤਾਂ ਸਨ, ਜੋ ਜ਼ਫਰ ਜਾਲ ਕੇ ਇਹ ਜੱਦੋ ਜਹਿਦ ਕਰਕੇ ਇਹ ਸ਼੍ਰੋਮਣੀ ਕਮੇਟੀ ਲਈ ਸੀ ਸਿੱਖਾਂ ਨੇ, ਤੇ ਉਹੀ ਕਦਰਾਂ ਕੀਮਤਾਂ ਬਹਾਲ ਹੋਣਗੀਆਂ। ਮਾਲਵਿੰਦਰ ਸਿੰਘ ਮਾਲੀ ਜੀ, ਤੁਸੀਂ ਸਾਨੂੰ ਸਮਾਂ ਦਿੱਤਾ ਟੀਵੀ ਪੰਜਾਬ ਲਈ, ਤੁਹਾਡਾ ਬਹੁਤ ਸ਼ੁਕਰੀਆ। ਅੱਗੇ ਤੋਂ ਵੀ ਤੁਹਾਡੇ ਲਈ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਾਂਗੇ। ਧੰਨਵਾਦ ਜੀ, ਤੁਸੀਂ ਮੈਨੂੰ ਮੌਕਾ ਦਿੰਦੇ ਰਹਿੰਦੇ ਹੋ, ਇੰਨੇ ਲੋਕਾਂ ਦੇ ਨਾਲ ਮੇਰੀ ਵਿਚਾਰ ਸਾਂਝੇ ਕਰਾਉਂਦੇ ਹੋ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।